ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਚਰਨਾਂ ਵਿੱਚ ਜੁੜ ਕਰਕੇ ਔਰ ਆਪਣੇ ਆਪਣੇ ਘਰਾਂ ਵਿੱਚ ਬੈਠ ਕਰਕੇ ਇਸ ਸਥਾਨ ਤੋਂ ਸਰਵਣ ਕਰਦੀਆਂ ਹੋ। ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਨਾਲ ਸਾਂਝ ਪਾਈਏ। ਵਿਚਾਰਾਂ ਆਰੰਭਣ ਤੋਂ ਪਹਿਲਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ 'ਤੇ ਰੱਖਣ। ਸਤਿਗੁਰੂ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੀ ਬਾਣੀ, ਆਪਣੇ ਸ਼ਬਦ ਦੀ ਵਿਚਾਰ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾ ਪਵਿੱਤਰ ਔਰ ਮਿਲ ਕੇ ਆਖੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ, ਜੈਸੀ ਚਕਵੀ ਸੂਰ। ਖਿਨ ਪਲ ਨੀਂਦ ਨਾ ਸੋਵਈ, ਜਾਣੈ ਦੂਰ ਹਜ਼ੂਰ। ਮਨ ਮੁਖ ਸੋਜੀ ਨਾ ਪਵੈ, ਗੁਰਮੁਖ ਸਦਾ ਹਜ਼ੂਰ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਸਤਿਕਾਰ ਦੇ ਨਾਲ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਸ੍ਰੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 59 ਔਰ 60 ਦੇ ਉੱਪਰ 10 ਪਦਿਆਂ ਦੇ ਰੂਪ ਵਿੱਚ ਸੁਭਾਇਮਾਨ ਹੈ, ਜਿਹਦੇ ਵਿੱਚੋਂ ਪਹਿਲੇ 4 ਪਦਿਆਂ ਤੱਕ ਦੀ ਵਿਚਾਰ ਆਪ ਸੰਗਤਾਂ ਨੇ ਕੱਲ੍ਹ ਦੇ ਦੀਵਾਨਾਂ ਅੰਦਰ ਸਰਵਣ ਕੀਤੀ ਹੈ ਔਰ ਰਹਿੰਦੇ ਸ਼ਬਦ ਦਾ ਪਾਠ ਆਪ ਸੰਗਤ ਨੇ ਹੁਣ ਸਰਵਣ ਕੀਤਾ ਹੈ। ਸਤਿਗੁਰੂ ਜੀ ਇਸ ਪਾਵਨ ਸ਼ਬਦ ਵਿੱਚ ਮਨ ਨੂੰ ਸੰਬੋਧਨ ਕਰਕੇ ਇੱਕ ਬਾਤ ਸਮਝਾ ਰਹੇ ਵੀ ਮਨਾ, ਰੱਬ ਦੇ ਪ੍ਰੇਮ ਤੋਂ ਬਿਨਾਂ, ਰੱਬ ਦੇ ਪਿਆਰ ਤੋਂ ਬਿਨਾਂ ਛੁਟਕਾਰਾ ਨਹੀਂ। ਰੱਬ ਜੀ ਦਾ ਪ੍ਰੇਮ ਹੀ ਹੈ ਜਿਹਦੇ ਨਾਲ ਤੇਰਾ ਛੁਟਕਾਰਾ ਹੋਣਾ। ਉਹਦੇ ਲਈ ਫਿਰ ਸਤਿਗੁਰੂ ਜੀ ਨੇ ਵੱਖ-ਵੱਖ ਤਰੀਕੇ ਦੀਆਂ ਉਦਾਹਰਨਾਂ ਦੇ ਕੇ ਤੇ ਸਮਝਾਇਆ। ਕਦੇ ਸਤਿਗੁਰੂ ਜੀ ਦੁੱਧ ਔਰ ਜਲ ਦੇ ਪ੍ਰੇਮ ਦੀ ਗੱਲ ਕਰਦੇ, ਫਿਰ ਮਾਲਕ ਨੇ ਮਛਲੀ ਔਰ ਨੀਰ ਦੇ ਪ੍ਰੇਮ ਦੀ ਗੱਲ ਕੀਤੀ, ਫਿਰ ਚਾਤਰਿਕ ਔਰ ਮੀਂਹ ਦੀ ਗੱਲ ਸਤਿਗੁਰੂ ਜੀ ਨੇ ਇਹਨਾਂ ਪਾਵਨ ਬਚਨਾਂ ਰਾਹੀਂ ਕੀਤੀ। ਔਰ ਅੱਜ ਜਿਹੜਾ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ, ਉਹਦੇ ਵਿੱਚ ਸਭ ਤੋਂ ਪਹਿਲਾਂ ਸਤਿਗੁਰੂ ਜੀ ਨੇ ਸੂਰਜ ਔਰ ਚਕਵੀ ਦੀ ਗੱਲ ਕੀਤੀ ਕਿ ਰੇ ਮਨ ਹੈ ਐਸੀ ਹਰ ਸਿਉ ਪ੍ਰੀਤ ਕਰ, ਜੈਸੀ
ਚਕਵੀ ਸੂਰ, ਸੂਰ ਕਹਿੰਦੇ ਸੂਰਜ ਨੂੰ, ਚਕਵੀ ਇੱਕ ਪੰਛੀ, ਚਕਵੀ ਔਰ ਚਕਵਾ। ਜਦੋਂ ਚਕਵੀ ਔਰ ਚਕਵੇ ਦੇ ਬਾਰੇ ਵਿੱਚ ਆਪਾਂ ਪੜ੍ਹਦੇ ਹਾਂ ਨਾ, ਮੰਨਿਆ ਜਾਂਦਾ ਹੈ, ਮਿਥਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਇਹਨਾਂ ਨੂੰ ਸ਼ਰਾਪ ਹੈ ਕਿ ਜਦੋਂ ਰਾਤ ਪੈਂਦੀ ਹੈ ਤੇ ਰਾਤ ਪੈਣ ਦੇ ਉੱਤੇ ਇਹ ਦੋਵੇਂ ਵਿਛੜ ਜਾਂਦੇ ਨੇ, ਜਿਸ ਕਰਕੇ ਇਹ ਸੂਰਜ ਦੀ ਉਡੀਕ ਵਿੱਚ ਬੈਠ ਜਾਂਦੇ ਵੀ ਕਦੋਂ ਸੂਰਜ ਚੜ੍ਹੇ ਤੇ ਕਦੋਂ ਅਸੀਂ ਇਕੱਠੇ ਹੋਈਏ। ਇਸ ਤਰੀਕੇ ਨਾਲ ਮਿਥਿਹਾਸ ਮੰਨਿਆ ਜਾਂਦਾ ਹੈ। ਜਦੋਂ ਆਪਾਂ ਭਾਈ ਗੁਰਦਾਸ ਜੀ ਨੂੰ ਪੜ੍ਹਦੇ ਹਾਂ, ਉਹਨਾਂ ਵੀ ਜ਼ਿਕਰ ਕੀਤਾ, ਉਹਨਾਂ ਤੇ ਇੱਥੋਂ ਤੱਕ ਵੀ ਜ਼ਿਕਰ ਕੀਤਾ, ਜਦੋਂ ਉਹ ਮਰਿਆਦਾ ਦੀ ਗੱਲ ਕਰਦੇ ਨੇ, ਮਰਿਆਦਾ ਦੀ ਗੱਲ ਕਰਦੇ ਹਾਂ, ਉਹ ਆਖਦੇ ਵੀ ਚਕਵੀ ਤੇ ਚਕਵੇ ਨੂੰ ਜਿਹੜਾ ਸ਼ਰਾਪ ਆਖਿਆ ਜਾਂਦਾ ਵੀ ਰਾਤ ਪੈਣ ਉੱਤੇ ਵਿਛੜ ਜਾਂਦੇ ਨੇ, ਜੇ ਉਹਨਾਂ ਨੂੰ ਪਿੰਜਰੇ ਵਿੱਚ ਬੰਦ ਕਰ ਦਈਏ ਤੇ ਉਹ ਸ਼ਰਾਪ ਵੀ ਕੰਮ ਨਹੀਂ ਆਉਂਦਾ, ਉਹ ਵੀ ਕਿਸੇ ਲੇਖੇ ਵਿੱਚ ਨਹੀਂ ਪੈਂਦਾ, ਕਿਉਂਕਿ ਉਹ ਪਿੰਜਰੇ ਦੇ ਵਿੱਚ ਇਕੱਠੇ ਨੇ। ਵੱਖ ਤਾਂ ਹੋਣਗੇ ਜੇ ਉਥੋਂ ਖੁੱਲੇ ਛੱਡੇ ਜਾਣਗੇ ਜਾਂ ਉਹ ਉਡਾਰੀ ਮਾਰਨਗੇ, ਪਰ ਮੰਨਿਆ ਜਾਂਦਾ ਹੈ। ਜਿਹਨੂੰ ਆਪਾਂ ਬਾਣੀ 'ਚ ਪੜ੍ਹਦੇ ਹਾਂ ਨਾ, ਚਕਵੀ ਜੌਨਿਸ ਵਿਛੁਰੈ ਆਏ ਮਿਲੈ ਪ੍ਰਭਾਤ, ਪ੍ਰਭਾਤ ਆਉਣ ਦੇ ਉੱਤੇ ਉਹ ਮਿਲ ਜਾਂਦੇ ਨੇ। ਜੋ ਨਰ ਵਿਛੜੇ ਰਾਮ ਤੇ ਨਾ ਦਿਨ ਮਿਲੇ ਨਾ ਰਾਤ, ਤੇ ਜਿਹੜੇ ਰਾਮ ਤੋਂ ਵਿਛੜ ਗਏ, ਰੱਬ ਤੋਂ ਵਿਛੜ ਗਏ, ਉਹ ਨਾ ਦਿਨੇ ਮਿਲੇ ਤੇ ਨਾ ਰਾਤ ਮਿਲੇ। ਔਰ ਇੱਥੇ ਹੁਣ ਸਤਿਗੁਰੂ ਜੀ ਨੇ ਉਪਦੇਸ਼ ਦਿੰਦਿਆਂ ਆਖਿਆ, ਕਹਿੰਦੇ ਮਨਾ ਜੇ ਤੂੰ ਪ੍ਰੀਤ ਕਰਨੀ, ਪਿਆਰ ਕਰਨਾ, ਤੇ ਏਦਾਂ ਕਰ ਜਿਵੇਂ ਚਕਵੀ ਸੂਰਜ ਨੂੰ ਕਰਦੀ। ਉਹ ਫਿਰ ਸਾਰੀ ਰਾਤ ਇਸ ਉਡੀਕ ਵਿੱਚ ਬੈਠੀ ਰਹਿੰਦੀ ਹੈ, ਜਾਂ ਚਕਵਾ ਇਸ ਉਡੀਕ ਵਿੱਚ ਬੈਠਾ ਰਹਿੰਦਾ ਹੈ ਵੀ ਕਦੋਂ ਸੂਰਜ ਚੜ੍ਹੇ, ਕਦੋਂ ਸੂਰਜ ਉਦੈ ਹੋਵੇ। ਤੇ ਮਨ ਕਿਸ ਉਡੀਕ ਵਿੱਚ ਰਵੇ ਕਿ ਮਨਾ ਤੈਨੂੰ ਪਰਮੇਸ਼ਵਰ ਦਾ ਮਿਲਾਪ ਕਦੋਂ ਹੋਵੇ। ਵੇਖੋ ਨਾ, ਸਤਿਗੁਰੂ ਜੀ ਨੇ ਜਦੋਂ ਪ੍ਰੇਮ ਦੀ ਗੱਲ ਕੀਤੀ ਨਾ ਬਾਣੀ ਰਾਹੀਂ, ਮਾਲਕ ਜੀ ਨੇ ਬੜੇ ਪਿਆਰੇ ਪਿਆਰੇ ਉਪਦੇਸ਼ ਸਾਨੂੰ ਬਖਸ਼ਿਸ਼ ਕੀਤੇ। ਇੱਕ ਥਾਂ ਤੇ ਸਤਿਗੁਰੂ ਜਦੋਂ ਜ਼ਿਕਰ ਕਰਦੇ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕਹਿ ਹਉ ਬਿਰਖ ਹੈ ਜਾਲੀ। ਉਹ ਅੱਗੋਂ ਜ਼ਿਕਰ ਕਰਦੀ ਵੀ ਮੈਂ ਐਵੇਂ ਨਹੀਂ ਕਾਲੀ, ਮੈਨੂੰ ਤੇ ਮੇਰੇ ਪ੍ਰੀਤਮ ਦੇ ਬਿਰਹਾ ਨੇ, ਉਹਦੇ ਪ੍ਰੇਮ ਦੇ ਵਿੱਚ ਮੈਂ ਸੜੀ ਹੋਈ ਹਾਂ, ਤੇ ਮੈਂ ਤਾਂ ਕਾਲੇ ਰੰਗ ਦੀ ਹਾਂ। ਪ੍ਰੇਮ ਦੀ ਖੇਡ ਹੈ ਸਾਰੀ, ਪਿਆਰ ਦੀ ਖੇਡ ਹੈ। ਔਰ ਪ੍ਰੇਮ ਕਰਕੇ ਉਹ ਕੀ ਕਰ ਰਹੀ, ਉਹਦੇ ਗੁਣਾਂ ਨੂੰ ਫਿਰ ਗਾਉਂਦੀ ਹੈ, ਆਪਣੇ ਪਿਰ ਦੇ, ਆਪਣੇ ਖਸਮ ਦੇ ਗੁਣਾਂ ਨੂੰ ਗਾਉਂਦੀ। ਫਿਰ ਪ੍ਰੇਮ ਜਦੋਂ ਬਾਬਾ ਕਬੀਰ ਜੀ ਜ਼ਿਕਰ ਕਰਦੇ, ਕਹਿੰਦੇ ਵੀ ਉਡੋ ਨਾ ਕਾਗਾ ਕਾਰੇ ਬੇਗ ਮਿਲੀ ਜਾਏ ਆਪਣੇ ਰਾਮ ਪਿਆਰੇ। ਪਿਆਰ। ਔਰ ਅੱਜ ਦੇ ਪਾਵਨ ਬਚਨ ਵਿੱਚ ਸਾਹਿਬ ਕਹਿ ਰਹੇ ਵੀ ਮਨਾ ਤੂੰ ਪ੍ਰੇਮ ਕਰ, ਏਦਾਂ ਦਾ ਕਰ ਜਿਵੇਂ ਚਕਵੀ ਤੇ ਸੂਰਜ ਦਾ ਹੈ। ਜੇ ਆਪਾਂ ਖਿਆਲ ਕਰੀਏ ਨਾ, ਤੇ ਸੂਰਜ ਦਾ ਚਕਵੀ ਨਾਲ ਕੋਈ ਪਿਆਰ ਨਹੀਂ ਹੈ, ਚਕਵੀ ਦਾ ਪ੍ਰੇਮ ਸੂਰਜ ਨਾਲ ਹੈ, ਚਕਵੇ ਦਾ ਪਿਆਰ ਸੂਰਜ ਨਾਲ ਹੈ, ਉਹਦਾ ਕੋਈ ਪ੍ਰੇਮ ਨਹੀਂ ਹੈ। ਜੇ ਅਸੀਂ ਕਹੀਏ ਵੀ ਸੂਰਜ ਚਕਵੀ ਤੇ ਚਕਵੇ ਦੇ ਪ੍ਰੇਮ ਵਿੱਚ ਹੈ, ਨਹੀਂ, ਚਕਵਾ ਤੇ ਚਕਵੀ ਸੂਰਜ ਦੇ ਪ੍ਰੇਮ ਵਿੱਚ ਹੈ। ਪਰ ਇੰਨੀ ਕਿਤੇ ਅਸੀਂ ਸਮਝ ਕੇ ਚੱਲੀਏ ਨਾ, ਉਹ ਤੇ ਹੈ ਅਕਾਲ ਪੁਰਖ ਪਰਮੇਸ਼ਵਰ ਜੀ ਦਾ ਬਣਾਇਆ ਹੋਇਆ ਇੱਕ ਕੁਦਰਤੀ ਨਿਯਮ ਹੈ, ਨੇਮ ਹੈ। ਜੋ ਵੀ ਖੇਡ ਵਰਤ ਰਹੀ ਹੈ, ਉਹਦੇ ਹੁਕਮ, ਉਹਦੇ ਰਜ਼ਾ, ਉਹਦੇ ਭਾਣੇ ਵਿੱਚ ਹੈ। ਪਰ ਸਾਡਾ ਮਨ ਇਸ ਗੱਲ ਨੂੰ ਸਮਝੇ ਕਿਤੇ ਕਿ ਮਨਾ ਜੇ ਤੂੰ ਹਰੀ ਨਾਲ ਪ੍ਰੇਮ ਕਰੇਂਗਾ, ਰੱਬ ਜੀ ਨਾਲ ਪ੍ਰੇਮ ਕਰੇਂਗਾ, ਤੇ ਖਿਆਲ ਰੱਖੀ ਬਦਲੇ ਵਿੱਚ ਪ੍ਰੇਮ ਮਿਲੇਗਾ ਵੀ। ਚਕਵੀ ਸੂਰਜ ਨੂੰ ਪ੍ਰੇਮ ਕਰਦੀ ਹੈ, ਚਕਵਾ ਸੂਰਜ ਨੂੰ ਪ੍ਰੇਮ ਕਰਦਾ ਹੈ, ਉਹਦੇ ਇੰਤਜ਼ਾਰ ਵਿੱਚ ਹੈ, ਪਰ ਕਦੇ ਉਹਨਾਂ ਨੂੰ ਬਦਲੇ ਵਿੱਚ ਸੂਰਜ ਵੱਲੋਂ ਪ੍ਰੇਮ ਨਹੀਂ ਮਿਲਿਆ ਵੀ ਜਿੱਦਣ ਸੂਰਜ ਨੇ ਕਿਹਾ ਹੋਵੇ ਵੀ ਲੈ ਭਾਈ ਅੱਜ ਤੁਹਾਡਾ ਮੈਂ ਤੁਹਾਨੂੰ ਬਦਲੇ ਵਿੱਚ ਪ੍ਰੇਮ ਦੇ ਰਿਹਾ, ਅੱਜ ਮੈਂ ਛਿਪਣਾ ਨਹੀਂ। ਕਦੇ ਐਸਾ ਦਿਨ ਆਇਆ ਨਹੀਂ। ਜਾਂ ਕਦੇ ਸੂਰਜ ਨੇ ਇਹ ਕਿਹਾ ਹੋਵੇ ਵੀ ਅੱਜ ਮੈਂ ਤੁਹਾਡੇ ਪ੍ਰੇਮ ਦਾ ਸਬੂਤ ਤੁਹਾਨੂੰ ਦੇਣ ਲੱਗਾ, ਅੱਜ ਮੈਂ ਵੀ ਤੁਹਾਨੂੰ ਆਪਣਾ ਪਿਆਰ ਵਿਖਾਉਣ ਲੱਗਾ, ਅੱਜ ਮੈਂ ਸੁਬਾਹ ਛੇਤੀ ਚੜ੍ਹ ਆਵਾਂਗਾ, ਜਲਦੀ ਉਦੈ ਹੋ ਜਾਵਾਂਗਾ, ਨਹੀਂ। ਪਰ ਉਹਨਾਂ ਦਾ ਪ੍ਰੇਮ ਹੈ, ਉਹਨਾਂ ਦਾ ਪ੍ਰੇਮ ਇੰਨਾ ਵੀ ਉਹ ਇਸ ਉਡੀਕ ਵਿੱਚ ਨੇ ਵੀ ਜਦੋਂ ਸੂਰਜ ਚੜ੍ਹੇਗਾ ਸਾਡਾ ਮਿਲਾਪ ਉਦੋਂ ਹੋਣਾ। ਕਿੰਨਾ ਪਿਆਰ ਹੈ। ਪਰ ਮਨ ਸਾਡਾ ਕਿਤੇ ਸਮਝ ਜਾਏ ਕਿ ਮਨਾ ਜੇ ਤੂੰ ਅਕਾਲ ਪੁਰਖ ਪਰਮੇਸ਼ਵਰ ਨਾਲ ਪਿਆਰ ਕਰੇਂਗਾ ਨਾ, ਤੇ ਇਹ ਨਾ ਸੋਚੀ
ਵੀ ਸੂਰਜ ਵਾਂਗੂ ਅਕਾਲ ਪੁਰਖ ਪਰਮੇਸ਼ਵਰ ਤੈਨੂੰ ਆਪਣਾ ਪ੍ਰੇਮ ਨਹੀਂ ਵਿਖਾਏਗਾ। ਰੱਬ ਜੀ ਵੀ ਤੈਨੂੰ ਆਪਣਾ ਪ੍ਰੇਮ ਵਿਖਾਉਣਗੇ, ਰੱਬ ਜੀ ਵੀ ਆਪਣਾ ਪਿਆਰ ਵਿਖਾਉਣਗੇ। ਤੇ ਜਦੋਂ ਰੱਬ ਜੀ ਪ੍ਰੇਮ ਵਿਖਾਉਣਗੇ ਤੇ ਤੈਨੂੰ ਨਜ਼ਰੀ ਪਏਗਾ ਵੀ ਤੇਰਾ ਪ੍ਰੇਮ ਰੱਬ ਜੀ ਦੇ ਪ੍ਰੇਮ ਸਾਹਮਣੇ ਕੁਝ ਵੀ ਨਹੀਂ ਹੈ। ਜੇ ਤੂੰ ਅਕਾਲ ਪੁਰਖ ਪਰਮੇਸ਼ਵਰ ਤੋਂ ਇਸ ਆਸ ਵਿੱਚ ਲੈ ਕੇ ਜਾਂ ਇਸ ਆਸ ਵਿੱਚ ਲੱਗ ਕੇ ਪ੍ਰੇਮ ਵਿਖਾਏ ਵੀ ਰੱਬ ਜੀ ਵੀ ਮੈਨੂੰ ਬਦਲੇ ਵਿੱਚ ਪ੍ਰੇਮ ਵਿਖਾਉਣ, ਤੇ ਸੱਜਣਾ ਖਿਆਲ ਕਰੀ ਜਦੋਂ ਰੱਬ ਜੀ ਪ੍ਰੇਮ ਵਿਖਾਉਂਦੇ ਤੇਰਾ ਪ੍ਰੇਮ ਉਸ ਅਕਾਲ ਪੁਰਖ ਪਰਮੇਸ਼ਵਰ ਅੱਗੇ ਫਿੱਕਿਆਂ ਪੈ ਜਾਂਦਾ। ਜਿਹਨੂੰ ਆਪਾਂ ਭਾਈ ਗੁਰਦਾਸ ਜੀ ਦੇ ਪਾਵਨ ਬਚਨਾਂ 'ਚ ਪੜ੍ਹਦੇ ਆ ਨਾ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ। ਅੱਗੋਂ ਫਿਰ ਗੁਰੂ ਨੇ ਪ੍ਰੇਮ ਵਿਖਾਇਆ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ। ਤੇਰੇ ਇੱਕ ਕਦਮ ਅੱਗੇ ਕਰੋੜਾਂ ਕਦਮ ਨੇ ਗੁਰੂ ਕੇ। ਤੂੰ ਪ੍ਰੇਮ ਨਾਲ ਇੱਕ ਕਦਮ ਚੱਲਿਆ, ਗੁਰੂ ਨੇ ਵੇਖਿਆ ਵੀ ਪਿਆਰ ਨਾਲ ਇੱਕ ਕਦਮ ਚੱਲਿਆ, ਗੁਰੂ ਅੱਗੋਂ ਪ੍ਰੇਮ ਵਿੱਚ ਹੀ ਕਰੋੜਾਂ ਕਦਮ ਲੈਣ ਆ ਗਿਆ। ਫਿਰ ਸਤਿਗੁਰੂ ਕਹਿੰਦੇ ਏਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ। ਭਾਈ ਗੁਰਦਾਸ ਜੀ ਵੀ ਜੇ ਤੂੰ ਇੱਕ ਵਾਰੀ ਚੇਤੇ ਕਰ ਰਹੇ ਹੈ, ਸਿਮਰਤ ਤਾਹੇ ਬਾਰੰਬਾਰ ਗੁਰ ਹੇਤ ਹੈ। ਗੁਰੂ ਬਾਰ-ਬਾਰ ਚੇਤੇ ਕਰੀ ਜਾਂਦਾ। ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੈ। ਤੂੰ ਪ੍ਰੇਮ 'ਚ ਸਿਰਫ ਇੱਕ ਕੌਡੀ ਲੈ ਕੇ ਆਇਆ ਤੇ ਤੂੰ ਉਮੀਦ ਥੋੜੀ ਲਾਈ ਸੀ ਵੀ ਮੈਨੂੰ ਅੱਗੋਂ ਖਜ਼ਾਨੇ ਮਿਲਣ ਲੱਗੇ। ਪਰ ਗੁਰੂ ਨੇ ਆਪਣਾ ਪ੍ਰੇਮ ਵਿਖਾਇਆ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਗੁਰੂ ਨੇ ਅੱਗੋਂ ਆਪਣਾ ਪ੍ਰੇਮ ਵਿਖਾਇਆ। ਫਿਰ ਭਾਈ ਗੁਰਦਾਸ ਜੀ ਕਹਿੰਦੇ ਵੀ ਸਤਿਗੁਰੂ ਦੀ ਮਹਿਮਾ ਅਗਾਧ ਤੇ ਬੋਧ ਹੈ। ਜਿੱਥੇ ਸਤਿਗੁਰੂ ਦੀ ਮਹਿਮਾ ਅਗਾਧ ਤੇ ਬੋਧ ਹੈ ਨਾ ਤੇ ਅਸੀਂ ਉਹਦੀ ਮਹਿਮਾ ਨੂੰ ਸਮਝ ਸਕਦੇ ਹਾਂ, ਨਾ ਜਾਣ ਸਕਦੇ ਹਾਂ। ਅਸੀਂ ਤੇ ਸਿਰਫ ਇੱਕ ਕੰਮ ਕਰ ਸਕਦੇ ਹਾਂ ਕਿ ਹੱਥ ਜੋੜ ਕੇ ਕਹਿ ਸਕੀਏ ਨਮੋ 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 ਨੇਤ 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 ਹੈ। ਰੱਬ ਜੀ ਤੇਰੇ ਅੱਗੇ ਨਮਸਕਾਰ ਹੈ, ਸਾਡੀ ਸਦੀਵ ਨਮਸਕਾਰ ਹੈ ਤੇਰੇ ਅੱਗੇ। ਅਸੀਂ ਤੇਰੇ ਪ੍ਰੇਮ ਦੇ ਬਾਰੇ ਵਿੱਚ ਕੁਝ ਬੋਲ ਥੋੜੀ ਸਕਦੇ ਹਾਂ। ਹੁਣ ਵੇਖੋ ਜਦੋਂ ਪ੍ਰੇਮ ਦੀ ਗੱਲ ਆਈ ਤੇ ਉਦੋਂ ਜ਼ਿਕਰ ਕਰਦੇ ਆ, ਬਾਬਾ ਰਵਿਦਾਸ ਜੀ ਨੇ ਜਦੋਂ ਜ਼ਿਕਰ ਕੀਤਾ ਨਾ, ਉਹ ਜ਼ਿਕਰ ਕਰਦੇ ਆ ਆਖਦੇ ਕਹਿੰਦੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ, ਜੋ ਪੈ ਹਮਨਾ ਪਾਪ ਕਰੰਤਾ ਅਹੈ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਤਾ। ਤੁਮ ਜੋ ਨਾਇਕ ਆਸ਼ੋ ਅੰਤਰ ਜਾਮੀ, ਪ੍ਰਭ ਤੇ ਜਨ ਜਾਨੀਜੈ ਜਨ ਤੇ ਸੁਆਮੀ, ਸਰੀਰ ਅਰਾਧੈ ਮੋਕੋ ਵਿਚਾਰ ਦੇਹੂ, ਰਵਿਦਾਸ ਸਮਦਲ ਸਮਝਾਵੈ ਕੋ। ਫਿਰ ਹਮ ਸਰ ਦੀਨ ਦਇਆਲ ਨ ਤੁਮ ਸਰ, ਅਬ ਪਤੀ ਯਾਰ ਕਿਆ ਕੀਜੈ, ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ। ਪ੍ਰੇਮ ਹੀ ਹੈ ਨਾ। ਫਿਰ ਇੱਕ ਥਾਂ ਤੇ ਕਹਿੰਦੇ ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ, ਨੀਕੋ ਠਾਕੁਰ ਦੇਸਾ। ਪ੍ਰੇਮ ਵਿੱਚ ਹੀ ਸਾਰੀ ਖੇਡ ਹੈ ਨਾ। ਤੋ ਇਸ ਗੱਲ ਦਾ ਅੰਦਾਜ਼ਾ ਸੰਸਾਰਿਕ ਤੌਰ ਤੇ ਲਾ ਕੇ ਵੇਖੋ, ਸਾਡਾ ਕਿਸੇ ਨਾਲ ਪ੍ਰੇਮ ਨਹੀਂ ਹੈ, ਪਿਆਰ ਨਹੀਂ ਹੈ, ਲਗਾਵ ਨਹੀਂ ਹੈ, ਅਸੀਂ ਉਹਨੂੰ ਬਖਸ਼ ਦਾਂਗੇ? ਕਦੇ ਵੀ ਨਹੀਂ। ਤੇ ਜਿੱਥੇ ਲਗਾਵ ਆ ਜੇ, ਜਿੱਥੇ ਪ੍ਰੇਮ ਆ ਜੇ, ਉੱਥੇ ਵੱਡੇ ਤੋਂ ਵੱਡਾ ਗੁਨਾਹ ਵੀ ਅਸੀਂ ਬਖਸ਼ਦੇ ਨੇ। ਰੱਬ ਜੀ ਹਮ ਪਾਪੀ, ਇਹ ਨਹੀਂ ਵੀ ਮੈਂ ਮੰਨਦਾ ਨਹੀਂ ਹਾਂ, ਮੈਂ ਮੰਨਦਾ ਹਾਂ ਹਮ ਪਾਪੀ, ਪਰ ਇਸ ਗੱਲ ਤੇ ਵੀ ਭਰੋਸਾ ਹੈ ਤੁਮ ਪਾਪ ਖੰਡਨ, ਕਿਉਂਕਿ ਆਪਣਾ ਪ੍ਰੇਮ ਹੈ, ਆਪਣਾ ਆਪਸੀ ਪਿਆਰ ਬਹੁਤ ਹੈ। ਮੈਨੂੰ ਤੇਰੇ ਨਾਲ ਲਗਾਵ ਬਹੁਤ ਹੈ ਤੇ ਤੈਨੂੰ ਮੇਰੇ ਨਾਲ ਲਗਾਵ ਬਹੁਤ ਹੈ, ਤੇ ਆਪਣੇ ਪ੍ਰੇਮ ਸਦਕਾ ਤੂੰ ਮੇਰੇ ਪਾਪ ਖੰਡਿਤ ਕਰੀ ਜਾਂਦਾ ਹੈ ਜੇ ਮੈਂ ਪਾਪੀ ਹਾਂ ਤੇ। ਰੇ ਮਨ ਐਸੀ ਹਰਸਿਓ ਪ੍ਰੀਤ ਕਰ, ਜੈਸੀ ਚਕਵੀ ਸੂਰ। ਕਹਿੰਦੇ ਏਦਾਂ ਪਿਆਰ ਕਰ ਜਿਵੇਂ ਸੂਰਜ ਔਰ ਚਕਵੀ ਦਾ ਹੈ। ਕਿੰਨਾ ਪਿਆਰ ਹੈ। ਖਿਨ ਪਲ ਨੀਂਦ ਨਾ ਸੋਵਈ, ਜਾਣੈ ਦੂਰ ਹਜ਼ੂਰ। ਹੁਣ ਜੇ ਆਪਾਂ ਵੇਖਾਂਗੇ ਨਾ, ਚਕਵੀ ਨੂੰ ਸੂਰਜ ਚੜ੍ਹਨ ਦਾ ਇੰਤਜ਼ਾਰ ਹੈ। ਕਿਉਂ?
ਚਕਵੇ ਦੇ ਮਿਲਾਪ ਲਈ, ਵੀ ਸੂਰਜ ਚੜ੍ਹੇ ਤੇ ਚਕਵੇ ਦਾ ਮੇਲ ਹੋਵੇ। ਉਹ ਜਾਣ ਰਹੀ ਹੈ ਕਿ ਮੇਰਾ ਜਿਹੜਾ ਪਿਆਰਾ ਜਾਂ ਮੇਰਾ ਪ੍ਰੀਤਮ ਹੈ ਨਾ, ਉਹ ਮੇਰੇ ਤੋਂ ਬਹੁਤ ਦੂਰ ਹੈ। ਉਹ ਇਸ ਗੱਲ ਨੂੰ ਸਮਝ ਰਹੀ ਹੈ। ਪਰ ਦੂਜੇ ਪਾਸੇ ਉਹਨੂੰ ਨਜ਼ਦੀਕ ਜਾਣਦੀ ਹੋਈ ਇਸ ਉਡੀਕ ਵਿੱਚ ਵੀ ਬੈਠੀ ਹੈ ਕਿ ਸੂਰਜ ਨੇ ਹੁਣ ਚੜ੍ਹ ਹੀ ਆਉਣਾ। ਬਸ ਉਹ ਇਸ ਉਡੀਕ ਵਿੱਚ ਹੈ। ਹੁਣ ਜਦੋਂ ਆਪਾਂ ਸਤਿਗੁਰੂ ਜੀ ਕੀ ਬਾਣੀ ਨੂੰ ਪੜ੍ਹਦੇ ਆ ਨਾ, ਇੱਕ ਥਾਂ ਤੇ ਮਾਲਕ ਪਾਤਸ਼ਾਹ ਨੇ ਜਿਹੜਾ ਜ਼ਿਕਰ ਕੀਤਾ, ਉਹ ਚੰਦ ਤੇ ਚਕੋਰ ਦਾ ਜ਼ਿਕਰ ਕਰਦੇ। ਜਦੋਂ ਉਹਨਾਂ ਦੇ ਪ੍ਰੇਮ ਦੀ ਵਾਰੀ ਆਉਂਦੀ, ਉਸ ਵਕਤ ਫਿਰ ਹੈਰਾਨਗੀ ਪ੍ਰਗਟ ਹੁੰਦੀ। ਚਕਵੀ ਸੂਰਜ ਦੀ ਉਡੀਕ ਵਿੱਚ, ਚਕੋਰ ਚੰਦ ਦੀ ਉਡੀਕ ਵਿੱਚ। ਚੰਦਰਮਾ ਚੜ੍ਹਦਾ ਜਾਂਦਾ ਹੈ, ਮਤਲਬ ਚਮਕਦਾ, ਚਕਵੀ ਲਾਏ ਤਾਰ ਨੇ ਹਾਲੇ, ਤਾਰ ਲਾ ਕੇ ਇੱਕ ਟੱਕ ਲਾ ਕੇ ਬਹਿ ਜਾਂਦੀ। ਚਕੋਰ ਐਸੀ ਟੱਕ ਲਾ ਕੇ ਬਹਿੰਦੀ ਹੈ, ਉਹਨੂੰ ਇੰਨਾ ਵੀ ਭੁੱਲ ਜਾਂਦਾ, ਆਪਣੇ ਸਰੀਰ ਦੀ ਸੁੱਧ ਵੀ ਭੁੱਲ ਜਾਂਦੀ। ਪ੍ਰੇਮ ਦੇ ਵਿੱਚ ਇੰਨੀ ਮਗਨ ਹੋ ਜਾਂਦੀ ਹੈ ਕਿ ਆਪਣੀ ਕਾਇਆ ਦੀ ਵੀ ਸੁੱਧ ਭੁੱਲ ਗਈ। ਇੰਨੀ ਕੁ ਸੁੱਧ ਭੁੱਲੀ ਕਿ ਚੰਦਰਮਾ ਘੁੰਮਦਾ ਗਿਆ, ਚਕੋਰ ਆਪਣੀ ਗਰਦਨ ਘੁਮਾਉਂਦੀ ਗਈ। ਆਪਣਾ ਸਾਰਾ ਸਰੀਰ ਨਹੀਂ, ਸਿਰਫ ਗਰਦਨ। ਉਹ ਘੁਮਾਉਂਦਿਆਂ ਘੁਮਾਉਂਦਿਆਂ ਇੱਕ ਪਾਸੇ ਤੋਂ ਚੰਦਰਮਾ ਦੂਜੇ ਪਾਸੇ ਆ ਗਿਆ। ਚਕੋਰ ਇੰਨਾ ਕੁ ਪ੍ਰੇਮ ਵਿੱਚ ਮਗਨ ਹੈ ਕਿ ਉਹ ਗਰਦਨ ਤੇ ਤੜਵਾ ਲੈਂਦੀ ਹੈ, ਪ੍ਰੇਮ ਵਿੱਚ ਮੌਤ ਤੇ ਪ੍ਰਵਾਨ ਕਰ ਲੈਂਦੀ। ਪਰ ਉਹ ਨਾ ਆਪਣੀਆਂ ਅੱਖਾਂ ਝਪਕਦੀ ਹੈ ਤੇ ਨਾ ਆਪਣੇ ਪਿਆਰੇ ਤੋਂ ਇੱਕ ਰਤਾ ਮਾਤਰ ਪਿੱਠ ਕਰ, ਜਿਹੜਾ ਨਾ ਉਹਦੇ ਵੱਲ ਪਿੱਠ ਕਰਨਾ ਮਨਜ਼ੂਰ ਕਰਦੀ, ਉਹਦੇ ਵੱਲ ਮੋਖੀ ਕਮਾਈ ਜਾਂਦੀ। ਪ੍ਰੇਮ ਸਤਿਗੁਰੂ ਜੀ ਨੇ ਜ਼ਿਕਰ ਕੀਤਾ, ਕਹਿੰਦੇ ਖਿਨ ਪਲ ਨੀਂਦ ਨਾ ਸੋਵਈ, ਜਾਣੇ ਦੂਰ ਹਜ਼ੂਰ। ਆਪਣੇ ਬਹੁਤ ਦੂਰੀ ਤੇ ਬੈਠੇ ਹੋਏ ਸੂਰਜ ਨੂੰ ਵੀ ਉਹ ਕੀ ਕਰ ਰਹੀ, ਨੇੜੇ ਹੀ ਸਮਝਦੀ ਹੈ, ਹਜ਼ੂਰੀ ਹੀ ਸਮਝਦੀ ਹੈ, ਨਜ਼ਦੀਕ ਹੀ ਜਾਣਦੀ ਹੈ। ਔਰ ਮਨਮੁਖ ਸੋਝੀ ਨਾ ਪਵੇ। ਜਿਹੜਾ ਮਨ ਪਿੱਛੇ ਲੱਗ ਕੇ ਚੱਲਣ ਵਾਲਾ ਹੈ, ਉਹਨੂੰ ਸੋਝੀ ਕੋਈ ਨਹੀਂ। ਕਿਹਦੀ? ਅਕਾਲ ਪੁਰਖ ਪਰਮੇਸ਼ਵਰ ਜੀ ਦੀ। ਤੇ ਜਿਹੜਾ ਗੁਰੂ ਵਾਲਾ ਬਣ ਜਾਏ, ਉਹ ਕੀ ਕਰਦਾ? ਗੁਰਮੁਖ ਸਦਾ ਹਜ਼ੂਰ। ਜਿਹੜਾ ਗੁਰੂ ਵਾਲਾ ਬਣ ਗਿਆ, ਉਹਨੇ ਹਮੇਸ਼ਾ ਹਾਜ਼ਰ ਨਾਜ਼ਰ ਸਮਝਿਆ ਜਾਣੇ ਆ। ਵੇਖੋ ਨਾ ਫਰਕ ਹੈ ਨਾ ਇੱਕ ਮਨਮੁਖ ਦਾ ਤੇ ਗੁਰਮੁਖ ਦੇ ਜੀਵਨ ਵਿੱਚ। ਮਨਮੁਖ ਦਾ ਜੀਵਨ ਕਹਿ ਰਿਹਾ ਰੱਬ ਬੜੀ ਦੂਰ ਹੈ, ਬੜੀ ਦੂਰ ਹੀ ਹੈ ਨਾ। ਜਦੋਂ ਮਨ ਪਿੱਛੇ ਲੱਗ ਕੇ ਭੈੜੇ ਕਰਮ ਕਰੀ ਜਾਣੇ, ਇਹਦਾ ਮਤਲਬ ਉਹਨੇ ਰੱਬ ਨੂੰ ਜਾਣਿਆ ਹੀ ਨਹੀਂ, ਸਮਝਿਆ ਹੀ ਨਹੀਂ। ਜੇ ਕਿਤੇ ਗੁਰੂ ਵਾਲਾ ਬਣ ਜਾਂਦਾ ਜਾਂ ਗੁਰੂ ਵਾਲਾ ਬਣ ਕੇ ਜੀਵਨ ਨੂੰ ਜਿਉਂਦਾ, ਤੇ ਫਿਰ ਕੀ ਕਰਦਾ? ਗੁਰੂ ਵਾਲਾ ਬਣ ਕੇ ਚੰਗੇ ਕਰਮ ਕਰਦਾ, ਰੱਬ ਨੂੰ ਨਜ਼ਦੀਕ ਸਮਝਦਾ, ਹਾਜ਼ਰ ਨਾਜ਼ਰ ਜਾਣਦਾ। ਹਾਜ਼ਰ ਨਾਜ਼ਰ ਜਾਣਦਾ ਹੋਇਆ ਭਲੇ ਕਰਮ ਕਰਦਾ। ਮਨੁੱਖ ਦੇ ਕਰਮ ਇਸ ਗੱਲ ਦਾ ਸਬੂਤ ਨੇ, ਜਾਂ ਮਨੁੱਖ ਦੇ ਕਰਮ ਇਹ ਗੱਲ ਸਾਬਿਤ ਕਰਦੇ ਨੇ ਕਿ ਮਨੁੱਖ ਹਾਜ਼ਰ ਨਾਜ਼ਰ ਜਾਣ ਰਿਹਾ ਜਾਂ ਉਹਨੂੰ ਕਿਤੇ ਦੂਰ ਕਿਸੇ ਦੂਸਰੇ ਦੇਸ਼ ਵਿੱਚ ਸਮਝ ਕੇ ਬੈਠਾ ਹੈ। ਮਨੁੱਖ ਦੇ ਕਰਮ ਇਸ ਗੱਲ ਨੂੰ ਸਾਬਿਤ ਕਰਦੇ ਨੇ। ਜਿਹੜਾ ਤੇ ਮਨੁੱਖ ਰੱਬ ਜੀ ਦੇ ਭੈ ਵਿੱਚ ਰਹਿੰਦਾ ਹੋਇਆ, ਉਹਨੂੰ ਹਾਜ਼ਰ ਨਾਜ਼ਰ ਜਾਣਦਾ ਹੋਇਆ ਜਿਉਂਦਾ ਹੋਏਗਾ, ਚੇਤਾ ਰੱਖੀਏ ਉਹ ਕਦੇ ਮੰਦੇ ਕਰਮ ਕਰਨ ਨੂੰ ਅੱਗੇ ਨਹੀਂ ਆਏਗਾ, ਜਾਂ ਇਉਂ ਕਹਿ ਲਈਏ ਕਦੇ ਮੰਦੇ ਕਰਮ ਨਹੀਂ ਕਰੇਗਾ। ਤੇ ਜਿਹੜਾ ਇਹ ਗੱਲ ਜਾਣਦਾ ਵੀ ਰੱਬ ਕਿਤੇ ਹੋਰ ਦੇਸ਼ ਵਿੱਚ ਵੱਸਦਾ ਹੈ, ਉਹ ਤੇ ਫਿਰ ਸਮਾਜ ਵਿੱਚ ਆਪਾਂ ਉਹਨਾਂ ਦੀ ਵੀ ਭਰਮਾਰ ਵੇਖਦੇ ਹੀ ਆ ਵੀ ਕਦੇ ਵੀ ਕਰਮ ਕਰਨ ਤੋਂ ਉਹਨਾਂ ਗੁਰੇਜ਼ ਨਹੀਂ ਕੀਤਾ। ਮਨਮੁਖ ਸੋਝੀ ਨਾ ਪਵੇ। ਮਨਮੁਖ ਨੂੰ ਸੋਝੀ ਕੋਈ ਨਹੀਂ। ਗੁਰਮੁਖ ਸਦਾ ਹਜ਼ੂਰ। ਤੇ ਗੁਰੂ ਵਾਲਾ ਬਣ ਕੇ ਚੱਲਣ ਵਾਲਾ ਜਾਂ ਗੁਰੂ ਅਨੁਸਾਰੀ ਚੱਲਣ ਵਾਲਾ, ਉਹ ਕੀ ਹੈ?
ਹਮੇਸ਼ਾ ਹਾਜ਼ਰ ਨਾਜ਼ਰ ਉਸ ਅਕਾਲ ਪੁਰਖ ਪਰਮੇਸ਼ਵਰ ਜੀ ਨੂੰ ਜਾਣਦਾ ਹੈ। ਮਨ ਮੁਖ ਗਣਤ ਗਣਾਵਣੀ ਕਰਤਾ ਕਰੇ ਸੋ ਹੋਏ ਤਾਂ ਕੀ ਕੀਮਤ ਨਾ ਪਵੈ ਜੇ ਲੋਚੈ ਸਭ ਕੋਏ ਗੁਰਮਤਿ ਹੋਏ ਤਾਂ ਪਾਈਐ ਸੱਚ ਮਿਲੈ ਸੁਖ ਹੋਏ। ਫਿਰ ਮਨਮੁਖ ਕਈ ਤਰ੍ਹਾਂ ਦੀਆਂ ਗਿਣਤੀਆਂ ਗਿਣਦਾ ਫਿਰਦਾ, ਇਹ ਵੀ ਫਰਕ ਹੈ। ਗੁਰਮੁਖ ਕਦੇ ਗਿਣਤੀਆਂ ਨਹੀਂ ਗਿਣਦਾ, ਮਤਲਬ ਅੰਦਾਜ਼ੇ ਨਹੀਂ ਲਾਉਂਦਾ, ਉਹ ਉਹਦੀ ਰਜ਼ਾ ਵਿੱਚ ਹੈ, ਜਿਵੇਂ ਵੀ ਹੈ ਉਹਦੀ ਰਜ਼ਾ ਵਿੱਚ ਹੈ। ਜੇ ਉਹ ਆਖੇਗਾ ਵੀ ਤੇ ਵੱਧ ਤੋਂ ਵੱਧ ਇਹ ਕਹਿ ਦੇਗਾ ਕਿ ਅਕਾਲ ਪੁਰਖ ਪਰਮੇਸ਼ਵਰ ਜੀ ਉਹ ਜਿਵੇਂ ਆਪ ਜੀ ਦੀ ਰਜ਼ਾ। ਤੇ ਜਿਹੜਾ ਮਨ ਪਿੱਛੇ ਲੱਗ ਕੇ ਚੱਲਣ ਵਾਲਾ ਇਹ ਗਿਣਤੀਆਂ ਗਿਣਦਾ ਹੈ। ਗਿਣਤੀਆਂ ਗਿਣਨ ਤੋਂ ਭਾਵ ਅੰਦਾਜ਼ੇ ਲਾਉਣੇ, ਜਾਂ ਇਹ ਕਹਿਣਾ ਵੀ ਮੈਂ ਇਦਾਂ ਕਰਾਂਗਾ ਇਉਂ ਹੋ ਜਾਏਗਾ, ਮੈਂ ਇਦਾਂ ਕਰਾਂਗਾ ਇਦਾਂ ਹੋ ਜਾਏ, ਇਹ ਅੰਦਾਜ਼ੇ ਲਾਉਣੇ। ਪਰ ਹੁੰਦਾ ਕੀ ਹੈ, ਕਰਤਾ ਕਰੇ ਸੋ ਹੋਏ। ਸਾਡੇ ਅੰਦਾਜ਼ੇ ਲਾਏ ਕੁਛ ਕਰ ਸਕਦੇ ਨੇ? ਮਨੁੱਖ ਤੇ ਬਹੁਤ ਕੁਝ ਸੋਚ ਕੇ ਬੈਠਾ ਹੈ। ਜੇ ਆਪਾਂ ਇੱਕ ਇਨਸਾਨ ਦੀ ਗੱਲ ਕਰਾਂਗੇ ਤੇ ਇਨਸਾਨ ਤੇ ਬਹੁਤ ਕੁਝ ਸੋਚ ਕੇ ਬੈਠਦਾ। ਸਵੇਰ ਹੋਏਗੀ ਮੈਂ ਇੰਜ ਕਰਾਂਗਾ, ਦੁਪਹਿਰ ਹੋਏਗੀ ਮੈਂ ਇਹ ਕਾਰਜ ਕਰਨਾ, ਸ਼ਾਮਾਂ ਪੈਣਗੀਆਂ ਮੈਂ ਇਹ ਕਾਰਜ ਕਰਨ, ਭਾਵੇਂ ਦਿਨ ਹੀ ਨਾ ਚੜੇ। ਦੁਪਹਿਰ ਤੇ ਤਾਂ ਹੋਏਗੀ ਨਾ ਜੇ ਦਿਨ ਚੜੇਗਾ, ਦਿਨ ਹੀ ਨਾ ਚੜਿਆ ਤੇਰੀ ਜ਼ਿੰਦਗੀ ਵਿੱਚ ਤੇ ਤੇਰੀ ਜ਼ਿੰਦਗੀ ਤੇ ਦੁਪਹਿਰ ਕਿੱਥੋਂ ਹੋਣੀ ਤੇ ਸ਼ਾਮਾਂ ਕਿਵੇਂ ਪੈਣੀਆਂ? ਜਾਂ ਜਿਹੜਾ ਕਾਰਜ ਤੂੰ ਸੋਚ ਕੇ ਬੈਠਾ ਹੈ ਉਹਦੇ ਤੋਂ ਬਿਲਕੁਲ ਆਪੋਜ਼ਿਟ ਹੋ ਜੇ, ਤੂੰ ਕੀ ਕਰ ਲੇਗਾ? ਸਤਿਗੁਰੂ ਜੀ ਬਾਣੀ 'ਚ ਕਹਿੰਦੇ ਨਾ, ਮਤਾ ਕਰੇ ਪੱਛਮ ਕੈ ਤਾਈ ਪੂਰਬ ਹੀ ਲੈ ਜਾਤ। ਸਾਨੂੰ ਪਤਾ ਥੋੜੀ ਉਹਨੇ ਸਾਡੇ ਨਾਲ ਇੰਨੀ ਗੱਲ ਸਮਝ ਕੇ ਰੱਖੀਏ ਕਿ ਅਕਾਲ ਪੁਰਖ ਪਰਮੇਸ਼ਵਰ ਨੇ ਸਾਡੇ ਲਈ ਜੋ ਸੋਚਿਆ ਨਾ ਉਹ ਸਾਡੇ ਭਲੇ ਲਈ ਹੈ, ਮਾੜੇ ਲਈ ਨਹੀਂ ਹੈ, ਬੁਰੇ ਲਈ ਨਹੀਂ ਹੈ। ਜੋ ਸੋਚਿਆ ਉਹਨੇ ਸਾਡੇ ਭਲੇ ਲਈ ਸੋਚਿਆ ਹੈ। ਔਰ ਖਿਆਲ ਕਰੀਏ, ਕਈ ਵਾਰ ਸਾਡਾ ਚਿਤਵਿਆ ਸਾਡੇ ਲਈ ਬੁਰਾ ਹੋ ਸਕਦਾ ਹੈ, ਪਰ ਰੱਬ ਦਾ ਕੀਤਾ ਕਦੇ ਸਾਡੇ ਲਈ ਬੁਰਾ ਨਹੀਂ ਹੁੰਦਾ। ਹਾਲਾਂਕਿ ਇਨਸਾਨ ਇਹ ਕਦੇ ਨਹੀਂ ਸੋਚਦਾ, ਜਾਂ ਇਸ ਗੱਲ ਦੀ ਉਹਨੇ ਕਦੇ ਪੜਚੋਲ ਨਹੀਂ ਕੀਤੀ ਵੀ ਮੈਂ ਜੋ ਆਪਣੇ ਲਈ ਸੋਚ ਰਿਹਾ ਹਾਂ ਉਹ ਮੇਰੇ ਲਈ ਬੁਰਾ ਹੈ। ਕਦੇ ਵੀ ਨਹੀਂ ਹੋ ਸਕਦਾ। ਇਨਸਾਨ ਇਹ ਕਹਿੰਦਾ ਨਾ ਵੀ ਬੰਦਾ ਆਪਣੇ ਲਈ ਥੋੜੀ ਮਾੜਾ ਸੋਚਦਾ ਹੈ, ਬੰਦਾ ਆਪਣੇ ਲਈ ਤੇ ਭਲਾ ਹੀ ਸੋਚਦਾ ਹੈ। ਪਰ ਅਕਾਲ ਪੁਰਖ ਪਰਮੇਸ਼ਵਰ ਬਿਲਕੁਲ ਉਹਦੇ ਤੋਂ ਆਪੋਜ਼ਿਟ ਕਰ ਵਿਖਾਉਂਦਾ ਹੈ। ਸੋਚਿਆ ਮੈਂ ਕੁਝ ਹੋਰ ਸੀ, ਰੱਬ ਜੀ ਨੇ ਕੁਝ ਹੋਰ ਕਰ ਵਿਖਾਇਆ। ਜਦੋਂ ਰੱਬ ਜੀ ਦੇ ਕੀਤੇ ਦਾ ਨਤੀਜਾ ਆਉਂਦਾ ਹੈ, ਉਦੋਂ ਬੰਦਾ ਕਹਿੰਦਾ ਹੈ ਰੱਬਾ ਤੂੰ ਭਲਾ ਕੀਤਾ। ਜਿਵੇਂ ਆਪਾਂ ਕਿਸੇ ਥਾਂ ਤੇ ਜਾਣ ਦੀ ਕੋਈ ਯੋਜਨਾ ਬਣਾ ਲਈ, ਇਨਸਾਨ ਤੇ ਯੋਜਨਾ ਹੀ ਬਣਾਉਂਦਾ ਨਾ, ਪਲਾਨ ਹੀ ਕਰਦਾ, ਪਲੈਨਿੰਗ ਕਰ ਲਈ। ਹੁਣ ਪਲੈਨਿੰਗ ਇਹ ਸੀ ਵੀ ਆਪਾਂ ਜਾਣਾ ਹੈ ਤੇ ਉਥੋਂ ਜਾ ਕੇ ਆਪਣਾ ਕਾਰ ਵਿਹਾਰ ਕਰਕੇ ਤੇ ਆਪਾਂ ਮੁੜ ਆਉਣਾ। ਰੱਬ ਜੀ ਨੇ ਕੁਝ ਹੋਰ ਕਰ ਵਿਖਾਇਆ, ਰੱਬ ਜੀ ਨੇ ਐਸਾ ਗੇੜ ਪਾਇਆ, ਇਨਸਾਨ ਨੂੰ ਉਧਰ ਜਾਣ ਹੀ ਨਹੀਂ ਦਿੱਤਾ। ਬੰਦਾ ਬੜਾ ਨਿਰਾਸ਼ ਹੋਇਆ, ਬੜਾ ਕੁਝ ਬੋਲਿਆ, ਸੋਚਿਆ ਵੀ ਬਹੁਤ ਕੁਝ, ਚਿਤਵਿਆ ਵੀ ਬਹੁਤ ਕੁਝ, ਰੱਬ ਜੀ ਨਾਲ ਬੜੇ ਉਲਾਮੇ ਲਏ ਦਿੱਤੇ, ਬਹੁਤ ਕੁਝ ਕੀਤਾ। 4 ਕੁ ਦਿਨਾਂ ਬਾਅਦ ਇੱਕ ਖਬਰ ਪੈਂਦੀ ਕੰਨਾਂ 'ਚ। ਤੇ ਖਬਰ ਕੀ ਪੈਂਦੀ ਵੀ ਜਿਸ ਇਲਾਕੇ ਵਿੱਚ ਉਹ ਬੰਦਾ ਜਾਣ ਦੀ ਸੋਚੀ ਬੈਠਾ ਸੀ ਨਾ, ਉੱਥੇ ਕੁਦਰਤੀ ਆਫਤ ਆ ਗਈ। ਲੋਕਾਂ ਦੀਆਂ ਬੇਇੰਤਹਾ ਮੌਤਾਂ ਹੋ ਰਹੀਆਂ। ਫਿਰ ਪਤਾ ਕੀ ਕਹਿੰਦਾ, ਰੱਬਾ ਚੰਗਾ ਹੋਇਆ ਤੂੰ ਰੱਖ ਲਿਆ, ਨਹੀਂ ਤੇ ਮੈਂ ਵੀ ਉੱਥੇ ਹੀ ਹੋਣਾ ਸੀ।
ਫਿਰ ਤੇ ਇਹੀ ਸੋਚ ਰਹਿ ਜਾਂਦੀ ਨਾ। ਔਰ ਹਾਲਾਂਕਿ ਇਨਸਾਨ ਚਿਤਵ ਕੇ ਕੁਝ ਹੋਰ ਬੈਠਾ ਸੀ, ਪਰ ਰੱਬ ਜੀ ਨੇ ਕੁਝ ਹੋਰ ਕਰ ਵਿਖਾਇਆ। ਹੁਣ ਰੱਬ ਜੀ ਨੇ ਮਾੜਾ ਥੋੜੀ ਕੀਤਾ, ਭਲਾ ਹੀ ਕੀਤਾ ਨਾ, ਵੀ ਜ਼ਿੰਦਗੀ ਬਚਾ ਲਈ। ਤੂੰ ਉੱਥੇ ਹੁੰਦਾ, ਹੋ ਸਕਦਾ ਸੀ ਮਰਨ ਵਾਲਿਆਂ 'ਚ ਤੇਰੀ ਵੀ ਗਿਣਤੀ ਆ ਜਾਂਦੀ, ਪਰ ਤੂੰ ਬਚ ਗਿਆ। ਕਿਉਂ? ਤੈਨੂੰ ਰੱਬ ਨੇ ਹੱਥ ਦੇ ਬਚਾ ਲਿਆ। ਤੇ ਸਾਹਿਬ ਜੀ ਕਹਿੰਦੇ ਵੀ ਜਿਹੜਾ ਮਨਮੁਖ ਹੈ ਨਾ, ਉਹ ਇਦਾਂ ਦੀਆਂ ਗਿਣਤੀਆਂ ਗਿਣਦਾ, ਬੜੀਆਂ ਗਿਣਤੀਆਂ ਗਿਣਦਾ ਫਿਰਦਾ। ਮਨਮੁਖ ਗਣਤ ਗਣਾਵਣੀ, ਕਰਤਾ ਕਰੇ ਸੋ ਹੋਏ। ਜੋ ਅਕਾਲ ਪੁਰਖ ਪਰਮੇਸ਼ਵਰ ਜੀ ਕਰਦੇ ਨੇ ਹੁੰਦਾ ਉਹੀ ਹੈ। ਜਿਹਨੂੰ ਆਪਾਂ ਅਕਸਰ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਵਨ ਬਚਨਾਂ 'ਚ ਪੜ੍ਹਦੇ, ਨਰ ਚਾਹਤ ਕਛ ਔਰੈ ਕੀ ਔਰੈ ਭਈ, ਚਿਤਵਤ ਰਹਿਓ ਠਗੌਰ, ਨਾਨਕ ਫਾਂਸੀ ਗਲ ਪਰੀ। ਜਾਂ ਬਾਬਾ ਕਬੀਰ ਜੀ ਕਹਿੰਦੇ ਨਾ ਵੀ ਮੈਂ ਆਪਣਾ ਚਿਤਵਿਆ ਕੀ ਕਰਾਂ, ਜਾਂ ਮੇਰਾ ਚਿਤਵਿਆ ਹੋਇਆ ਕੀ ਕਰੇਗਾ। ਕਿਉਂਕਿ ਹੁੰਦਾ ਤੇ ਉਹ ਕੁਛ ਹੀ ਹੈ, ਆਪਣਾ ਚਿਤਵਿਆ ਹਰ ਕਰੈ ਜੋ ਮੇਰਾ ਚਿੱਤ ਨਾ ਹੋਏ। ਰੱਬ ਜੀ ਆਪਣਾ ਚਿਤਵਿਆ ਕਰਦੇ ਨੇ, ਔਰ ਮੇਰੇ ਚਿੱਤ ਵਿੱਚੋਂ ਕਦੇ ਆਇਆ ਹੀ ਨਹੀਂ ਜੋ ਰੱਬ ਜੀ ਨੇ ਕਰਨਾ। ਔਰ ਕਈ ਵਾਰ ਆਪਾਂ ਹੈਰਾਨ ਹੋ ਜੀਦਾ ਹੈ, ਹਾਲਾਤ ਤੇ ਘਟਨਾਵਾਂ ਐਸੀਆਂ ਬਣ ਜਾਂਦੀਆਂ ਜੋ ਅਸੀਂ ਕਦੇ ਚੇਤੇ ਵੀ ਨਹੀਂ ਕੀਤੀਆਂ ਹੁੰਦੀਆਂ। ਸੋਚਣਾ ਤੇ ਬੜੀ ਦੂਰ ਦੀ ਗੱਲ ਹੈ, ਚਿਤਵਨਾ ਤੇ ਬੜੀ ਦੂਰ ਦੀ ਗੱਲ ਹੈ। ਅਸੀਂ ਕਦੇ ਉਹ ਸੋਚ ਵੀ ਆਪਣੇ ਖਿਆਲ ਵਿੱਚ ਵੀ ਨਹੀਂ ਲੈ ਕੇ ਆਏ ਹੁੰਦੇ ਵੀ ਇਦਾਂ ਵੀ ਹੋ ਸਕਦਾ ਹੈ। ਅਣਚਿਤਵਿਆ ਹੋਇਆ ਕੋਈ ਵੀ ਅਣਚਿਤਵੀ ਘਟਨਾ, ਕੋਈ ਵੀ ਅਣਚਿਤਵੇ ਹੋਏ ਹਾਲਾਤ ਕਈ ਵਾਰ ਐਸੇ ਹੁੰਦੇ ਨੇ ਜਿਨ੍ਹਾਂ ਹਾਲਾਤਾਂ ਨੂੰ, ਜਿਵੇਂ ਆਪਾਂ ਕਹਿ ਦਿੰਦੇ ਨਾ ਵੀ ਇਦਾਂ ਦਾ ਤੇ ਮੈਂ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ, ਪਰ ਰੱਬ ਨੇ ਕਰ ਵਿਖਾਇਆ। ਉਹਨੂੰ ਕਹਿੰਦੇ ਅਣਚਿਤਵਿਆ। ਤੇ ਉਹ ਮੇਰੇ ਚਿੱਤ ਨਾ ਹੋਏ। ਕਿਹਦੇ ਚਿੱਤ ਵਿੱਚ ਸੀ ਉਹ? ਰੱਬ ਜੀ ਦੇ ਚਿੱਤ ਵਿੱਚ। ਮਨਮੁਖ ਗਣਤ ਗਣਾਵਣੀ, ਕਰਤਾ ਕਰੇ ਸੋ ਹੋਏ, ਤਾਕੀ ਕੀਮਤ ਨਾ ਪਵੈ। ਜੇ ਲੋਚੈ ਸਭ ਕੋਏ। ਉਹਦਾ ਅਸੀਂ ਕਦੇ ਵੀ ਮੁੱਲ ਨਹੀਂ ਪਾ ਸਕਦੇ, ਕਦੇ ਵੀ ਕੀਮਤ ਨਹੀਂ ਪਾ ਸਕਦੇ, ਅਸੀਂ ਜਿੰਨੀ ਮਰਜ਼ੀ ਲੋਚਾ ਰੱਖਦੇ ਫਿਰੀਏ। ਫਿਰ ਗੁਰਮਤ ਹੋਏ ਤਾਂ ਪਾਈਐ, ਸੱਚ ਮਿਲੈ ਸੁਖ ਹੋਏ। ਕਹਿੰਦੇ ਜੇ ਕਿਤੇ ਅਸੀਂ ਗੁਰੂ ਦੀ ਮੱਤ ਦੇ ਧਾਰਨੀ ਬਣ ਜਾਈਏ, ਗੁਰੂ ਵਾਲੇ ਬਣ ਜਾਈਏ, ਗੁਰੂ ਵਾਲੇ ਬਣਿਆ ਕੀ ਹੋਏਗਾ? ਤਾਂ ਪਾਈਐ, ਫਿਰ ਰੱਬ ਜੀ ਦਾ ਮਿਲਾਪ ਹੋਏਗਾ ਔਰ ਸੱਚ ਮਿਲੈ। ਜਦੋਂ ਸੱਚ ਮਿਲੇਗਾ ਫਿਰ ਸੁਖ ਹੋਏ, ਫਿਰ ਜ਼ਿੰਦਗੀ ਸੁੱਖਾਂ ਭਰੀ ਬਣ ਜਾਂਦੀ ਹੈ। ਸੱਚਾ ਨੇਹ ਨਾ ਟੁੱਟਈ, ਜੇ ਸਤਿਗੁਰ ਭੇਟੈ ਸੋਏ। ਗਿਆਨ ਪਦਾਰਥ ਪਾਈਐ, ਤ੍ਰਿਭਵਨ ਸੋਜੀ ਹੋਏ। ਨਿਰਮਲ ਨਾਮ ਨਾ ਵਿਸਰੈ, ਜੇ ਗੁਣ ਕਾ ਗਾਹਕ ਹੋਏ। ਫਿਰ ਕਹਿੰਦੇ ਸੱਚਾ ਨੇਹ ਨਾ ਟੁੱਟਈ। ਕਦੇ ਸੱਚਾ ਪ੍ਰੇਮ ਜਿਹੜਾ ਨੇਹ ਜਿਹੜਾ ਉਹ ਟੁੱਟਦਾ ਨਹੀਂ। ਜੇ ਸਤਿਗੁਰ ਭੇਟੈ ਸੋਏ, ਜੇ ਕਿਤੇ ਗੁਰੂ ਕਾ ਮਿਲਾਪ ਹੋ ਜਾਏ। ਹੁਣ ਆਪਾਂ ਸਤਿਗੁਰੂ ਜੀ ਕੀ ਜਦੋਂ ਬਾਣੀ ਪੜ੍ਹਦੇ ਹਾਂ, ਸਤਿਗੁਰੂ ਜੀ ਬਾਣੀ ਵਿੱਚ ਜ਼ਿਕਰ ਕਰਦੇ ਆ, ਆਖਦੇ ਕਿ ਹੇ ਅਕਾਲ ਪੁਰਖ ਪਰਮੇਸ਼ਵਰ ਜੀਓ, ਤੁਹਾਡੇ ਨਾਲ ਐਸਾ ਪ੍ਰੇਮ, ਐਸਾ ਪਿਆਰ ਬਣਿਆ, ਐਸੀ ਪ੍ਰੀਤ ਬਣੀ ਤੁਹਾਡੇ ਨਾਲ ਕਿ ਹੁਣ ਉਹ ਨਾ ਤੋੜਿਆਂ ਟੁੱਟਦੀ ਹੈ ਤੇ ਨਾ ਛੱਡਿਆਂ ਛੁੱਟਦੀ ਹੈ। ਤੋਰੀ ਨਾ ਟੂਟੈ, ਛੋਰੀ ਨਾ ਛੂਟੈ, ਐਸੀ ਮਾਧੋ ਖਿੰਚ ਤਣੀ। ਸੱਚਾ ਨੇਹ ਨਾ ਟੁੱਟਈ। ਦੁਨਿਆਵੀ ਤੌਰ ਉੱਤੇ ਨੇਹ ਇਨਸਾਨ ਨਾਲ ਕਰਦਾ, ਇਨਸਾਨ ਨਾਲ ਨੇਹ ਕਰਦਾ ਸੰਸਾਰਕ ਤੌਰ ਤੇ, ਪਰ ਉਹ ਨੇਹ ਤੇ ਭਰੋਸਾ ਕੋਈ ਨਹੀਂ ਹੈ, ਕਿਸੇ ਵੇਲੇ ਵੀ ਟੁੱਟ ਸਕਦਾ।
ਕਿਉਂਕਿ ਇਨਸਾਨ ਦਾ ਨੇਹ ਜਿਹੜਾ ਹੈ ਨਾ, ਉਹ ਇਨਸਾਨ ਨਾਲ ਨਹੀਂ, ਇਨਸਾਨ ਦੇ ਹਾਲਾਤਾਂ ਔਰ ਇਨਸਾਨ ਦੇ ਕਾਰਜਾਂ ਨਾਲ ਹੈ। ਹਾਲਾਤ ਬਦਲ ਜਾਣਗੇ, ਨੇਹ ਟੁੱਟ ਜਾਏਗਾ। ਇਨਸਾਨ ਦੇ ਕਾਰਜ ਬਦਲ ਜਾਣਗੇ, ਨੇਹ ਟੁੱਟ ਜਾਏਗਾ। ਨੇਹ ਕਿਵੇਂ ਰਹਿ ਸਕਦਾ ਹੈ ਬਰਕਰਾਰ? ਤੇ ਜਿੱਥੇ ਹਾਲਾਤ ਔਰ ਕਾਰਜਾਂ ਨਾਲ ਨੇਹ ਨਹੀਂ ਹੋਏਗਾ, ਉੱਥੇ ਕਦੇ ਟੁੱਟੇਗਾ ਨਹੀਂ। ਅੱਜ ਇਨਸਾਨ ਦੇ ਨੇਹ ਤੋਂ ਬਹੁਤ ਪਾਸੇ ਹੋ ਚੁੱਕਾ। ਕਿਉਂ? ਅੱਜ ਕੋਈ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ, ਬਹੁਤਾਤ ਲੋਕ ਐਸੇ ਨੇ ਜਿਹੜੇ ਸਿਰਫ ਕਾਰਜਾਂ ਕਰਕੇ ਜੁੜੇ ਹੋਏ ਇੱਕ ਦੂਜੇ ਨਾਲ। ਦੂਜਾ ਮਤਲਬ ਹੀ ਕੋਈ ਮਰੇ ਕੋਈ ਜੀਵੇ, ਉਹਨਾਂ ਨੂੰ ਮਤਲਬ ਹੀ ਨਹੀਂ ਇੱਕ ਦੂਜੇ ਨਾਲ। ਉਹਨਾਂ ਦੇ ਲੱਖ ਕਾਰਜ ਉਹਨਾਂ ਦੇ ਕਾਰਜ ਨਹੀਂ ਵਿਗੜਨਾ ਚਾਹੀਦਾ, ਕਾਰਜ ਉਹ ਸਵਰਨਾ ਚਾਹੀਦਾ, ਚਾਹੇ ਕਾਰਜ ਕਰਨ ਵਾਲਾ ਕਿਸੇ ਤਰੀਕੇ ਕਰੇ, ਕਾਰਜ ਨਹੀਂ ਵਿਗੜਨਾ ਚਾਹੀਦਾ। ਤੇ ਆਪਾਂ ਕਹਿ ਸਕਦੇ ਨਾ ਵੀ ਪ੍ਰੇਮ ਕਾਰਜਾਂ ਨਾਲ ਹੈ, ਇਨਸਾਨ ਨਾਲ ਥੋੜੀ ਹੈ। ਕਾਰਜ ਨਹੀਂ ਕੀਤਾ, ਕਾਰਜ ਨਹੀਂ ਹੋਇਆ, ਨਹੀਂ ਟੁੱਟ ਗਿਆ। ਹਾਲਾਤ ਉਸ ਵੈਸੇ ਨਹੀਂ ਰਹੇ, ਹਾਲਾਤ ਤਬਦੀਲ ਹੋ ਗਏ। ਜਿਵੇਂ ਅੱਜ ਬਹੁਤ ਅਮੀਰੀ ਹੈ, ਕੱਲ ਨੂੰ ਬਹੁਤੀ ਅਮੀਰੀ ਨਹੀਂ ਰਹੀ, ਹਾਲਾਤ ਬਦਲ ਗਏ, ਨੇਹ ਵੀ ਟੁੱਟ ਗਿਆ। ਕਾਹਦਾ ਲਗਾਵ ਤੇ ਕਾਹਦਾ ਨੇਹ? ਬਹੁਤਾਤ ਸਮਾਜ ਉੱਤੇ ਨੇਹ ਇਹੋ ਜਿਹਾ ਹੀ ਹੈ। ਔਰ ਸੱਚਾ ਨੇਹ ਨਾ ਟੁੱਟਈ ਕਦੇ। ਸੱਚਾ ਨੇਹ ਜਿਹੜਾ ਉਹ ਟੁੱਟਦਾ ਨਹੀਂ ਹੈ। ਜਿੱਥੇ ਆਪਾਂ ਨੇਹ ਦੀ ਸੱਚੇ ਦੀ ਗੱਲ ਕਰਾਂਗੇ, ਵੇਖਿਆ ਕਦੇ ਹਾਲਾਤ ਜਿੰਨੇ ਮਰਜ਼ੀ ਬਦਲ ਜਾਣ, ਸਮਾਂ ਜਿੰਨਾ ਮਰਜ਼ੀ ਬਦਲ ਜਾਏ, ਕਾਰਜ ਜਿੰਨੇ ਮਰਜ਼ੀ ਬਦਲ ਜਾਣ, ਕਾਰਜ ਬਦਲਣ ਕਰਕੇ, ਹਾਲਾਤ ਬਦਲਣ ਕਰਕੇ ਭਰਾ ਦਾ ਭਰਾ ਨਾਲੋਂ ਨਹੀਂ ਟੁੱਟ ਸਕਦਾ, ਪਰ ਮਾਂ ਦਾ ਪਿਓ ਦਾ ਕਦੇ ਬੱਚਿਆਂ ਨਾਲੋਂ ਨਹੀਂ ਟੁੱਟਿਆ। ਇੱਥੋਂ ਅੰਦਾਜ਼ਾ ਲਾਓ, ਭਰਾ ਵੀ ਕਾਰਜਾਂ ਨਾਲ ਹੀ ਜੁੜਿਆ, ਹਾਲਾਤਾਂ ਨਾਲ ਜੁੜਿਆ। ਹਾਲਾਤ ਬਦਲ ਜਾਣ, ਉਹੀ ਜਿਹੜੇ ਭਰਾ ਇਕੱਠੇ ਬਹਿ ਕੇ ਭੋਜਨ ਤੱਕ ਇਕੱਠੇ ਛਕਦੇ ਸਨ, ਤੇ ਕਦੇ ਮਾਂ-ਬਾਪ ਨੂੰ ਇਹ ਕਹਿੰਦੇ ਸੀ ਵੀ ਸਾਡੇ ਤੇ ਕੱਪੜਿਆਂ ਦੇ ਰੰਗ ਵੀ ਇੱਕੋ ਜਿਹੇ ਲੈ ਕੇ ਆਇਓ, ਸਾਡਾ ਆਪਸੀ ਪ੍ਰੇਮ ਬਹੁਤ। ਇੱਕ ਦੂਜੇ ਦੇ ਵੈਰੀ ਬਣ ਜਾਂਦੇ। ਕਿਉਂ? ਹਾਲਾਤ ਬਦਲ ਜਾਂਦੇ, ਸਮਾਂ ਬਦਲ ਜਾਂਦਾ, ਕਾਰਜ ਬਦਲ ਜਾਂਦੇ। ਭਾਵੇਂ ਹਾਲਾਤ ਔਰ ਕਾਰਜ ਬਦਲ ਗਏ, ਸਮਾਂ ਬਦਲ ਗਿਆ, ਭਰਾ ਭਰਾ ਦਾ ਵੈਰੀ ਬਣ ਗਿਆ, ਮਾਂ ਪਿਓ ਨੇ ਤੇ ਫਿਰ ਕਹਿਣਾ ਦੋਵੇਂ ਸਾਡੇ ਹੀ ਨੇ। ਉਹਨਾਂ ਇਹ ਥੋੜੀ ਕਹਿਣਾ ਵੀ ਇਹ ਇੱਕ ਨੂੰ ਛੱਡ ਦਿਓ, ਉਹਨਾਂ ਲਈ ਸਾਰੇ ਇੱਕੋ ਜਿਹੇ। ਸਾਹਿਬ ਜੀ ਆਖਦੇ, ਕਹਿੰਦੇ ਸੱਚਾ ਨੇਹ ਨਾ ਟੁੱਟਈ ਜੇ ਸਤਿਗੁਰ ਭੇਟੈ ਸੋਏ। ਜੇ ਕਿਤੇ ਸੱਚਾ ਪ੍ਰੇਮ ਅਕਾਲ ਪੁਰਖ ਪਰਮੇਸ਼ਵਰ ਨਾਲ ਮਿਲ ਜਾਏ ਤੇ ਉਹ ਨੇਹ ਕਦੇ ਟੁੱਟਦਾ ਨਹੀਂ ਹੈ। ਕਿਉਂ ਨਹੀਂ ਟੁੱਟਦਾ? ਕਿਉਂਕਿ ਗੁਰੂ ਅਕਾਲ ਪੁਰਖ ਪਰਮੇਸ਼ਵਰ ਨਾਲ ਮਿਲਾਪ ਕਰਾ ਦਿੰਦਾ। ਜਦੋਂ ਮੇਲ ਹੋ ਜਾਂਦਾ ਫਿਰ ਉਹ ਕਦੇ ਟੁੱਟਦਾ ਨਹੀਂ। ਗਿਆਨ ਪਦਾਰਥ ਪਾਈਐ, ਸਗੋਂ ਗਿਆਨ ਰੂਪੀ ਪਦਾਰਥ ਮਿਲ ਜਾਂਦਾ, ਜਾਂ ਗਿਆਨ ਮਿਲ ਜਾਂਦਾ, ਗਿਆਨ ਹੋ ਜਾਂਦਾ। ਐਸਾ ਗਿਆਨ ਹੋ ਜਾਂਦਾ ਤ੍ਰਿਭਵਨ ਤਿੰਨਾਂ ਲੋਕਾਂ ਦੀ ਸੋਝੀ ਹੋ ਜਾਂਦੀ ਇਨਸਾਨ ਨੂੰ। ਨਿਰਮਲ ਨਾਮ ਨਾ ਵੀਸਰੈ। ਫਿਰ ਅਕਾਲ ਪੁਰਖ ਪਰਮੇਸ਼ਵਰ ਜੀ ਦਾ ਜਿਹੜਾ ਨਾਮ ਨਿਰਮਲ ਮੈਲ ਤੋਂ ਰਹਿਤ ਹੈ, ਨਾ ਵੀਸਰੈ, ਉਹ ਵਿਸਰਦਾ ਨਹੀਂ। ਜੇ ਗੁਣ ਕਾ ਗਾਹਕ ਹੋਏ, ਪਰ ਇੱਥੇ ਵੀ ਸਾਹਿਬ ਕਹਿੰਦੇ ਜਿਹੜਾ ਗੁਣਾਂ ਦਾ ਗਾਹਕ ਹੈ ਨਾ, ਉਹਨੂੰ ਹੀ ਨਹੀਂ ਭੁੱਲਦਾ। ਰੱਬ ਜੀ ਦੇ ਨਾਮ ਦਾ ਜਿਹੜਾ ਗਾਹਕ ਹੈ ਨਾ, ਜਿਹੜਾ ਵਣਜਾਰਾ ਹੈ, ਉਸੇ ਨੂੰ ਹੀ ਨਹੀਂ ਭੁੱਲਦਾ। ਨਹੀਂ ਤੇ ਕਿਹੜਾ ਰੱਬ ਤੇ ਕਿਹੜਾ ਰੱਬ ਦਾ ਨਾਮ। ਇਸੇ ਕਰਕੇ ਬਾਬਾ ਕਬੀਰ ਜੀ ਨੇ ਜਦੋਂ ਜ਼ਿਕਰ ਕੀਤਾ ਤੇ ਉਹ ਇਹੋ ਆਖਦੇ ਨਾ, ਕੋ ਵਣਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਏ ਰੇ। ਮਤਲਬ ਵਣਜਾਰਾ ਕੋਈ ਛੇਤੀ ਨਹੀਂ ਲੱਭਦਾ। ਜੇ ਰੱਬ ਦੇ ਪਿਆਰਿਆਂ ਦੀ ਗੱਲ ਕਰਾਂਗੇ ਤੇ ਰੱਬ ਦੇ ਪਿਆਰੇ ਛੇਤੀ
ਨਹੀਂ ਮਿਲਦੇ। ਤਾਂ ਹੀ ਤੇ ਲੱਭਣਾ ਪਿਆ, ਪੁੱਛਣਾ ਪਿਆ ਵੀ ਹੈ ਕੋਈ ਵਣਜਾਰਾ ਐਸਾ, ਹੈ ਕੋਈ ਵਪਾਰੀ ਐਸਾ ਜਿਹੜਾ ਬੈਠ ਕੇ ਰੱਬ ਦੇ ਨਾਮ ਦੀ ਮੇਰੇ ਨਾਲ ਵਿਚਾਰ ਕਰੇ, ਰੱਬ ਦੇ ਨਾਮ ਦੀ ਮੇਰੇ ਨਾਲ ਬਾਤ ਕਰੇ, ਤੇ ਅਸੀਂ ਰੱਬ ਦੇ ਨਾਮ ਦੀਆਂ ਬਾਤਾਂ ਪਾਈਏ। ਵਣਜ ਕਰੋ ਵਣਜਾਰੇ ਹੋ, ਵਖਰਲੇ ਹੋ ਸੰਭਾਲ, ਤੈਸੀ ਵਸਤ ਵਿਸਾਖੀ ਹੈ ਜੈਸੀ ਨਿਭ ਹੈ ਨਾਲ। ਹੈ ਕੋਈ ਵਣਜਾਰਾ? ਵਪਾਰੀ ਮਾਲਕ ਜੀ ਕਹਿੰਦੇ ਵੀ ਤਾਂ ਕੀ ਕੀਮਤ ਨਾ, ਜਦੋਂ ਨਿਰਮਲ ਨਾਮ ਨਾ ਵਿਸਰੈ, ਜੇ ਗੁਣ ਕਾ ਗਾਹਕ ਹੋਏ। ਜੇ ਕੋਈ ਗੁਣਾਂ ਦਾ ਗਾਹਕ ਹੋਇਆ ਤੇ ਉਹ ਕਿਵੇਂ ਵਿਸਰ ਜਾਏਗਾ, ਕਿਵੇਂ ਭੁੱਲ ਜਾਏਗਾ? ਹੁਣ ਮੰਨ ਲਓ ਆਪਾਂ ਕਿਸੇ ਵਸਤੂ ਨੂੰ ਲੈਣ ਵਾਸਤੇ, ਪਦਾਰਥ ਨੂੰ ਲੈਣ ਚਲੇ ਗਏ ਲੈਣ ਵਾਸਤੇ। ਸਾਨੂੰ ਪਤਾ ਵੀ ਉਸ ਵਸਤੂ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੈ, ਛੱਡ ਦਾਂਗੇ ਕਦੇ? ਕੋਈ ਵੀ ਵਸਤੂ ਹੈ ਛੱਡ ਦਾਂਗੇ? ਨਹੀਂ। ਕੀ ਪਤਾ ਇੱਕ ਨਹੀਂ ਤੇ ਦੂਸਰੀ ਵਸਤੂ ਦੇ ਉਹਦੇ ਨਾਲ ਦੀ ਭਾਵੇਂ ਦੂਜੀ ਖਰੀਦਣੀ ਪੈ ਜਾਏ, ਪਰ ਅਸੀਂ ਖਰੀਦਾਂਗੇ ਕਿਉਂਕਿ ਗੁਜ਼ਾਰਾ ਨਹੀਂ। ਤੇ ਜਿਹੜਾ ਗੁਣਾਂ ਦਾ ਗਾਹਕ ਹੈ ਉਹ ਕੀ ਕਰੇਗਾ? ਉਹ ਤੇ ਗੁਣ ਹੀ ਵਿਹਾਜੇਗਾ ਨਾ। ਜਿਹੜਾ ਨਾਮ ਦਾ ਵਪਾਰੀ ਉਹ ਤੇ ਨਾਮ ਹੀ ਵਿਹਾਜੇਗਾ। ਉਹਨੂੰ ਇੱਕ ਥਾਂ ਤੋਂ ਨਹੀਂ ਮਿਲਿਆ, ਉਹ ਕੋਸ਼ਿਸ਼ ਕਰੇਗਾ ਕਿ ਮੈਨੂੰ ਦੂਜੇ ਪਾਸਿਓਂ ਮਿਲ ਜਾਏ। ਜਿੰਨੇ ਗੁਣ ਇਕੱਠੇ ਕਰਨੇ ਉਹ ਗੁਣ ਵੇਖੇਗਾ, ਔਗਣਾ ਤੋਂ ਉਹਨੇ ਕੀ ਲੈਣਾ? ਕੋਈ ਲੱਖ ਔਗਣ ਲੈ ਕੇ ਬੈਠਾ ਹੋਵੇ, ਉਹ ਲੱਖ ਔਗਣ ਲੈ ਕੇ ਬੈਠੇ ਹੋਏ ਬੰਦੇ ਵਿੱਚੋਂ ਵੀ ਗੁਣਾਂ ਦਾ ਗਾਹਕ ਗੁਣ ਲੱਭੇਗਾ, ਉਹਨੂੰ ਔਗਣਾਂ ਤੋਂ ਕੀ ਮਤਲਬ? ਹੁਣ ਜਿਵੇਂ ਆਪਾਂ ਸਤਿਗੁਰੂ ਕੀ ਬਾਣੀ ਪੜ੍ਹਦੇ ਹਾਂ, ਸਤਿਗੁਰੂ ਜੀ ਨੇ ਬਾਣੀ ਵਿੱਚ ਜਦੋਂ ਜ਼ਿਕਰ ਕੀਤਾ ਤੇ ਗੁਣਾਂ ਦੀ ਗੱਲ ਕੀਤੀ। ਗੁਣਾਂ ਦੀ ਗੱਲ ਕਰਦਿਆਂ ਹੋਇਆਂ ਸਤਿਗੁਰੂ ਜੀ ਨੇ ਕਾਂ ਦੀ ਗੱਲ ਕੀਤੀ। ਭਗਤ ਕਬੀਰ ਸਾਹਿਬ ਦਾ ਆਪਾਂ ਪਾਵਨ ਬਚਨ ਪੜ੍ਹ ਕੇ, ਉੱਡੋ ਨਾ ਕਾਗਾ ਕਾਰੇ, ਉਹਦਾ ਗੁਣ ਹੁਣ ਮੰਨਿਆ ਜਾਂਦਾ ਨਾ ਵੀ ਉੱਥੇ ਉਹਨਾਂ ਦਾ ਲਫ਼ਜ਼ ਇਹ ਵਰਤਨੇ ਕਿਉਂ ਨੇ? ਕਿਉਂਕਿ ਅੱਜ ਵੀ ਕਿਤੇ ਕਿਤੇ ਜਦੋਂ ਪਿੰਡਾਂ ਵਿੱਚ ਜਾਈਏ ਨਾ, ਤੇ ਉਦੋਂ ਜੇ ਕਿਤੇ ਘਰ ਦੇ ਬਾਹਰ ਬੈਠਾ, ਘਰ ਦੇ ਦਰਵਾਜ਼ੇ ਤੇ ਕਿਤੇ ਬਨੇਰੇ ਤੇ ਬੈਠਾ ਕਾਂ ਬੋਲਦਾ ਹੋਵੇ ਤੇ ਉਹਨੂੰ ਉਡਾਉਂਦੇ ਵੀ, ਜਾ ਵੇਖ ਸਾਡਾ ਕੋਈ ਰਿਸ਼ਤੇਦਾਰ ਤੇ ਨਹੀਂ ਤੁਰਿਆ ਆਉਂਦਾ। ਉਹਦਾ ਗੁਣ, ਉਹਦਾ ਪ੍ਰਗਟਾਵਾ ਕੀਤਾ। ਇੱਕ ਕੂਕਰ ਦੀ ਗੱਲ ਕਰਦੇ ਸਤਿਗੁਰੂ, ਕੂਕਰ ਮਤਲਬ ਕੁੱਤਾ, ਕੁੱਤੇ ਦੀ ਗੱਲ ਕੀਤੀ। ਹੁਣ ਕੁੱਤਾ ਲੱਖ ਮਾੜਾ ਹੋਵੇ ਪਰ ਉਹਦਾ ਗੁਣ ਕੀ ਹੈ? ਸੁਆਮੀ ਕੇ ਕੋ ਗ੍ਰਹਿ ਜਿਉ ਸਦਾ, ਸਵਾਨ ਤਜਤ ਨਹੀਂ ਨਿਤ। ਅਸੀਂ ਇੱਕ ਦਿਨ ਭੋਜਨ ਪਾ ਦਈਏ, ਇੱਕ ਦਿਨ, ਭਾਵੇਂ ਸਾਲਾਂ ਬਾਅਦ ਆ ਕੇ ਉਸ ਕੂਕਰ ਨੂੰ ਕਹੀਏ, ਕੂਕਰ ਉਹਦੇ ਕੁੱਤੇ ਕੋਲ ਚਲੇ ਜਾਈਏ, ਕੂਕਰ ਕੋਲ ਚਲੇ ਜਾਈਏ, ਉਹ ਫਿਰ ਵੀ ਸਾਡੀ ਸੁਗੰਧੀ ਪਛਾਣ ਲੈਂਦਾ। ਉਹ ਖਾ ਕੇ ਕਦੇ ਵੀ ਖਿਲਾਫ ਨਹੀਂ ਹੁੰਦਾ, ਤੇ ਉਹ ਮਾਲਕ ਦਾ ਦਰ ਤੇ ਕਦੇ ਛੱਡਦਾ ਹੀ ਨਹੀਂ। ਹੁਣ ਉਹਦੇ ਚ ਲੱਖ ਔਗਣ ਹੋਣਗੇ, ਉਹ ਗੰਦਗੀ ਵਿੱਚ ਮੂੰਹ ਮਾਰੇ, ਜੋ ਮਰਜ਼ੀ ਕਰੇ, ਉਹ ਲੱਖ ਔਗਣ ਨੇ, ਪਰ ਮਾਲਕ ਨੇ ਕੀ ਪ੍ਰਗਟਾਇਆ? ਗੁਣ ਪ੍ਰਗਟਾਇਆ। ਤੇ ਜਿਹੜਾ ਗੁਣਾਂ ਦਾ ਗਾਹਕ ਹੈ ਉਹ ਤੇ ਗੁਣ ਹੀ ਲੱਭੇਗਾ ਨਾ, ਉਹ ਔਗਣ ਥੋੜੀ ਲੱਭੇਗਾ। ਹੁਣ ਵੇਖੋ ਸਤਿਗੁਰੂ ਜੀ ਨੇ ਅਮਲੀ ਦੀ ਗੱਲ ਕੀਤੀ ਬਾਣੀ ਵਿੱਚ। ਮਾਲਕ ਕਹਿੰਦੇ ਅਮਲੀ ਅਮਲ ਨਾ ਅੰਬੜੈ। ਹੁਣ ਅਸੀਂ ਤੇ ਜਦੋਂ ਵੇਖਿਆ ਤੇ ਉਦੋਂ ਉਹਦੇ ਤੋਂ ਬਹੁਤ ਕੁਝ ਉਹਦੀ ਔਗਣ ਫਰੋਲ ਫਰੋਲ ਕੇ ਅੱਗੇ ਰੱਖੇ ਵੀ ਆਹ ਵੀ ਇਹਦੇ ਚ ਮਾੜਾ ਗੁਣ, ਆ ਵੀ ਇਹਦੇ ਚ। ਬਾਬਾ ਜੀ ਦੀ ਜਦੋਂ ਬਾਣੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਆ, ਮਾਲਕ ਜੀ ਕਹਿੰਦੇ ਕਿਤੇ ਉਹ ਜਿੱਦਾਂ ਅਮਲੀ ਅਮਲ ਪਿੱਛੇ ਮਰਦਾ ਨਾ, ਕਿਤੇ ਰੱਬ ਪਿੱਛੇ ਮੈਨੂੰ ਮਰਨਾ ਆ ਜੇ। ਜਿਵੇਂ ਉਹ ਅਮਲ ਤੋਂ ਬਿਨਾਂ ਰਹਿ ਨਹੀਂ ਸਕਦਾ, ਉਵੇਂ ਮੇਰੀ ਜ਼ਿੰਦਗੀ ਦੀ ਅਵਸਥਾ ਬਣ ਜੇ ਵੀ ਰੱਬ ਦੇ ਨਾਮ ਤੋਂ ਬਿਨਾਂ ਮੇਰੇ ਤੋਂ ਰਹਿ ਨਾ ਹੋਵੇ।
ਭਗਤ ਨਾਮਦੇਵ ਜੀ ਨੂੰ ਪੜ੍ਹੋ। ਉਹ ਕਹਿੰਦੇ ਕਿ ਜਿਵੇਂ ਇੱਕ ਕਾਮੀ ਪੁਰਸ਼ ਕਾਮਨੀ ਪਿਆਰੀ, ਐਸੀ ਨਾਮੇ ਪ੍ਰੀਤ ਮੁਰਾਰੀ। ਹੁਣ ਉਹ ਵਿਕਾਰਾਂ ਵਿੱਚੋਂ ਵੀ ਰੱਬ ਦਾ ਪ੍ਰੇਮ ਵੇਖ ਰਹੇ ਵੀ ਜਿਵੇਂ ਇੱਕ ਵਿਕਾਰਾਂ ਦੇ ਵਿੱਚ ਮਸਤ ਹੋਇਆ ਪੁਰਸ਼ ਜਾਂ ਵਿਕਾਰਾਂ ਵਿੱਚ ਮਸਤ ਹੋਈ ਔਰਤ, ਉਹ ਕੇਵਲ ਵਿਕਾਰਾਂ ਦੇ ਅਧੀਨ ਨੇ। ਕਿਤੇ ਅਕਾਲ ਪੁਰਖ ਪਰਮੇਸ਼ਵਰ ਜੀਓ, ਮੇਰਾ ਪ੍ਰੇਮ ਤੁਹਾਡੇ ਨਾਲ ਐਸਾ ਬਣ ਜਾਏ ਕਿ ਮੈਂ ਤੁਹਾਡੇ ਪ੍ਰੇਮ ਵਿੱਚ ਹੀ ਮਗਨ ਹੋ ਜਾ। ਗੁਣ ਵਿਹਾਜੇ, ਜੇ ਗੁਣਾਂ ਦਾ ਗਾਹਕ ਹੋਏਗਾ ਤੇ ਗੁਣ ਵਿਹਾਜੇਗਾ, ਲੱਖ ਔਗੁਣ ਹੋਣਾ। ਸਿਆਣੇ ਇੱਕ ਅਖਾਣ ਬੜਾ ਪਿਆਰਾ ਵਰਤਦੇ, ਜਿਸ ਪਿੰਡ ਹੀ ਨਹੀਂ ਜਾਣਾ ਉਹਦਾ ਰਾਹ ਪੁੱਛ ਕੇ ਕੀ ਲੈਣਾ। ਜੇ ਅਸੀਂ ਔਗਣ ਲੈਣੇ ਹੀ ਨਹੀਂ ਤੇ ਅਸੀਂ ਔਗਣ ਵੇਖ ਕੇ ਵੀ ਕੀ ਕਰਨਾ। ਸਾਡਾ ਮਕਸਦ ਕੀ ਹੈ? ਗੁਣ ਇਕੱਠੇ ਕਰਨੇ। ਤੇ ਅਸੀਂ ਵੇਖਾਂਗੇ ਕੀ? ਗੁਣ। ਔਗਣ ਭਾਵੇਂ ਜਿੰਨੇ ਮਰਜ਼ੀ ਹੋਣ ਜਾਂ ਔਗਣਾਂ ਦਾ ਭੰਡਾਰ ਕਿਉਂ ਨਾ ਹੋਵੇ, ਜੇ ਉਹਦੇ ਵਿੱਚੋਂ ਸਾਨੂੰ ਗੁਣ ਮਿਲਦਾ ਤੇ ਆਪਾਂ ਲੈ ਲੈਣਾ। ਹੀਰਾ ਵੀ ਕੋਇਲੇ ਦੀਆਂ ਖਾਨਾਂ ਚੋਂ ਹੀ ਲੱਭਦਾ, ਹੀਰਾ ਵੱਖਰਾ ਨਹੀਂ ਜੇ ਬਣਦਾ। ਹੁਣ ਬੰਦਾ ਕੋਇਲੇ ਤੋਂ, ਕਾਲਖ ਤੋਂ ਡਰਦਾ ਹੋਇਆ ਖਾਣ ਤੋਂ ਪਾਸਾ ਵੱਟ ਕੇ ਬਹਿ ਜਾਏ, ਕੀ ਕਦੇ ਹੀਰਾ ਹਾਸਲ ਕਰ ਸਕਦਾ? ਉਹਦਾ ਕੋਲੇ ਨਾਲ ਮਤਲਬ ਹੀ ਨਹੀਂ ਕੋਈ। ਜਿਹੜਾ ਖਨਵਾਰਾ ਹੈ, ਖਾਨ ਖਣਨ ਵਾਲਾ ਹੈ, ਉਹਨੂੰ ਪਤਾ ਵੀ ਮੈਂ ਹੀਰੇ ਲੱਭਣ ਆਇਆ, ਮੈਂ ਕੋਲੇ ਲੱਭਣ ਨਹੀਂ ਆਇਆ। ਕੋਲੇ ਉਹਦੇ ਸਾਹਮਣੇ ਲੱਖ ਪਏ ਰਹਿਣ, ਉਹਨੂੰ ਮਤਲਬ ਹੀ ਨਹੀਂ ਕੋਈ, ਉਹ ਤੇ ਹੀਰੇ ਲੱਭਦਾ ਫਿਰਦਾ। ਤੇ ਜਿਹੜਾ ਬੰਦਾ ਗੁਣ ਲੱਭਣ ਆਇਆ ਹੈ, ਉਹਦੇ ਸਾਹਮਣੇ ਲੱਖ ਔਗਣ ਪਏ ਰਹਿਣ, ਉਹਨੂੰ ਪਤਾ ਆਪਣਾ ਮਤਲਬ ਹੀ ਕੋਈ ਨਹੀਂ ਕੋਲਿਆਂ ਨਾਲ। ਆਪਾਂ ਤੇ ਹੀਰੇ ਲੱਭਣ ਆਏ ਆ ਤੇ ਹੀਰੇ ਲੱਭ ਕੇ ਜਾਵਾਂਗੇ। ਮਾਲਕ ਕਹਿੰਦੇ ਗੁਣ ਕਾ ਗਾਹਕ ਜਿਹੜਾ ਕੋਈ ਹੋਏਗਾ ਨਿਰਮਲ ਨਾਮ ਨਾ ਵੀਸਰੈ। ਜੇ ਗੁਣ ਕਾ ਗਾਹਕ ਹੋਏ, ਜੇ ਗੁਣਾਂ ਦਾ ਗਾਹਕ ਹੋਇਆ ਨਾ, ਫਿਰ ਉਹ ਕਦੇ ਵੀ ਨਿਰਮਲ ਨਾਮ ਨੂੰ ਭੁਲਾਵੇਗਾ ਨਹੀਂ। ਹਮੇਸ਼ਾ ਉਸ ਪ੍ਰਭੂ ਪਰਮੇਸ਼ਵਰ ਜੀ ਦੇ ਗੁਣਾ ਰੂਪੀ ਖਜ਼ਾਨੇ ਨਾਲ ਜੁੜਿਆ ਰਹੇਗਾ। ਖੇਲ ਗਏ ਸੇ ਪੰਖਣੋ, ਜੋ ਚੁਗਦੇ ਸਰ ਤਲ। ਘੜੀ ਕੇ ਮੋਹਤ ਕੇ ਚੱਲਣਾ, ਖੇਲਣ ਅੱਜ ਕੇ ਕੱਲ। ਜਿਸ ਤੋਂ ਮਿਲ ਹੈ ਸੋ ਮਿਲੈ, ਜਾਏ ਸੱਚਾ ਪਿੜ ਮਲ। ਖੇਲ ਗਏ, ਖੇਲ ਕੇ ਗਏ ਸੇ ਪੰਖ ਨੂੰ, ਜੋ ਚੁਗਦੇ ਸਰ ਤਲ। ਜਿਹੜੇ ਕਦੇ ਸਰਾਂ ਦੇ ਤਲਾਂ ਉੱਤੇ ਚੁਗਦੇ ਫਿਰਦੇ ਸਨ ਨਾ, ਚੋਗ ਸਾਹਿਬ ਕਹਿੰਦੇ ਉਹ ਖੇਡ ਖੇਡ ਕੇ ਤੁਰ ਗਏ। ਖੇਲ ਗਏ ਸੇ ਪੰਖ ਨੂੰ, ਖੇਡ ਖੇਡ ਕੇ ਆਪਣਾ ਪੰਧ ਮੁਕਾ ਗਏ, ਆਪਣਾ ਸਮਾਂ ਮੁਕਾ ਗਏ। ਜਿਹੜੇ ਕਦੇ ਸਰ ਕਹਿੰਦੇ ਸਰੋਵਰ ਨੂੰ, ਤਲ ਕਹਿੰਦੇ ਕਿਨਾਰੇ ਨੂੰ, ਜਿਹੜੇ ਸਰੋਵਰਾਂ ਦੇ ਕਿਨਾਰਿਆਂ ਤੇ ਚੁਗਦੇ ਫਿਰਦੇ ਸਨ ਨਾ, ਉਹ ਪੰਖੀ ਖੇਡ ਖੇਡ ਕੇ ਚਲੇ ਗਏ। ਘੜੀ ਕੇ ਮੋਹਤ ਕੇ ਚੱਲਣਾ, ਭਾਵੇਂ ਘੜੀ ਕਹਿ ਲੋ, ਮੋਹਤ ਕਹਿ ਲੋ, ਪਰ ਇਹ ਪੱਕਾ ਵੀ ਚੱਲਣਾ। ਖੇਲਣ ਅੱਜ ਕੇ ਕੱਲ, ਖੇਡਦਿਆਂ ਹੋਇਆ ਅੱਜ ਨਹੀਂ ਤੇ ਕੱਲ ਨੂੰ ਤੁਰ ਜਾਾਂਗੇ। ਕਿਸੇ ਦੀ ਖੇਡ ਇੱਕ ਦਿਨ ਪਹਿਲੋਂ ਮੁੱਕ ਜਾਂਦੀ ਹੈ, ਕਿਸੇ ਦੀ ਬਾਅਦ ਚ। ਕੋਈ 4 ਦਿਨ ਪਹਿਲੋਂ ਤੁਰਿਆ ਜਾਂਦਾ, ਕੋਈ 4 ਦਿਨ ਮਗਰੋਂ ਤੁਰਿਆ ਜਾਂਦੇ ਤੇ ਸਾਰੇ ਹੀ ਪਏ ਨਾ। ਆਪਾਂ ਸਾਰੇ ਪੰਛੀ ਆ। ਸੰਸਾਰ ਸਮੁੰਦਰ ਸਰੋਵਰ ਹੈ ਤੇ ਅਸੀਂ ਕੀ ਬੈਠੇ ਸਰੋਵਰ ਦੇ ਤਲਾਂ ਤੇ ਬੈਠੇ ਆ, ਤੇ ਸਰੋਵਰ ਦੇ ਤਲਾਂ ਤੇ ਬੈਠੇ ਚੋਗ ਚੁਗਦੇ ਫਿਰਦੇ, ਕਿੰਨੇ ਖੇਲ ਕੱਢਦੇ ਫਿਰਦੇ ਆ। ਬਾਬਾ ਫਰੀਦ ਜੀ ਕਹਿੰਦੇ ਦਰਿਆਵੇ ਕੰਨੇ ਬਗੁਲਾ ਬੈਠਾ ਖੇਲ, ਕੇਲ ਕਰੇ ਕੇਲ ਕਰੇਂਦੇ ਹੰਝ ਨੋ ਅਚਿੰਤੇ ਬਾਜ ਪਏ ਤੇ ਸਰਬ ਦੇ ਕੇਲਾਂ ਵਿਸਰੀਆਂ। ਜੋ ਮਨ ਚਿਤ ਨ ਚੇਤੇ ਸਨ ਸੋ ਗਾਲੀ ਰੱਬ ਕੀਆਂ। ਚਲੇ ਗਏ ਸਾਰੇ ਵਾਰੀ ਵਾਰੀ। ਕੋਈ ਵੀ ਐਸਾ ਦਾਅਵਾ ਨਹੀਂ ਕਰ ਸਕਦਾ ਵੀ ਮੈਂ ਹਾਂ ਤੇ ਪੰਛੀ, ਪਰ ਮੈਂ ਕਦੇ ਖੇਡ ਕੇ ਜਾਣਾ ਨਹੀਂ। ਕੋਈ ਦਾਅਵਾ ਨਹੀਂ ਕਰ। ਜਿਹੜਾ ਖੇਡਣ ਆਇਆ ਉਹ ਖੇਡ ਕੇ ਜਾਏਗਾ, ਖੇਡ ਮੁੱਕੇਗੀ ਜ਼ਰੂਰ। ਬਸ ਇਹ ਹੈ ਵੀ ਉਹਦੇ ਨਾਲ ਦੇ ਸਾਥੀਆਂ ਦੀ 4 ਕੁ ਦਿਨ ਪਹਿਲੋਂ ਮੁੱਕ ਜਾਏਗੀ ਤੇ ਇਹਦੀ 4 ਕੁ ਦਿਨ ਮਗਰੋਂ ਮੁੱਕ ਜਾਏਗੀ, ਪਰ ਖੇਡ ਤੇ ਸੱਜਣਾ ਤੇਰੀ ਵੀ ਮੁੱਕਣੀ ਹੈ। ਇਹ ਦਾਅਵਾ
ਮੰਨ ਕੇ ਚੱਲੀਏ ਅਸੀਂ ਵੀ ਸਾਥੀ ਜੇ 4 ਦਿਨ ਪਹਿਲਾਂ ਤੁਰੇ ਜਾਣ ਤੇ ਉਹ ਸਾਥੀਆਂ ਦੇ ਮਗਰ ਸਾਡੀ ਵਾਰੀ ਵੀ ਆਈ ਹੈ। ਇਹ ਨਹੀਂ ਵੀ ਸਾਥੀ ਚਲੇ ਗਏ ਤੇ ਮੈਂ ਦਾਵਾ ਕਰਕੇ ਬੈਠਾ ਰਹਾਂ ਆਪਾਂ ਤੇ ਪੱਕੇ ਹੀ ਆ, ਆਪਾਂ ਨੂੰ ਕਾਹਦੀ ਚਿੰਤਾ। ਨਹੀਂ, ਜਾਣਾ ਪਏਗਾ। ਜਿੱਦਣ ਬੁਲਾਵਾ ਆ ਗਿਆ, ਜਿੱਦਣ ਸੱਦਾ ਆ ਗਿਆ, ਉਦਣ ਜਾਣਾ ਪਏਗਾ। ਜਿਸ ਤੂੰ ਮਿਲੇ ਸੋ ਮਿਲੇ। ਸਾਹਿਬ ਜੀ ਕਹਿੰਦੇ, ਹੇ ਅਕਾਲ ਪੁਰਖ ਪਰਮੇਸ਼ਵਰ ਜੀਓ, ਜਿਹਨੂੰ ਤੁਸੀਂ ਆਪਣਾ ਮੇਲ ਮਿਲਾਪ ਬਖਸ਼ ਦਿੰਦੇ ਹੋ, ਉਹ ਤੁਹਾਡੇ ਨਾਲ ਮਿਲ ਜਾਂਦਾ ਹੈ। ਔਰ ਜਾਏ ਸੱਚਾ ਪਿੜ ਮੱਲ, ਉਹ ਵੀ ਜਾਂਦਾ ਹੈ, ਪਰ ਉਹ ਸੱਚਾ ਪਿੜ ਮੱਲ ਕੇ ਬਾਜੀ ਜਿੱਤ ਕੇ ਜਾਂਦਾ। ਉਹ ਕਦੇ ਜ਼ਿੰਦਗੀ ਦੀ ਬਾਜੀ ਹਾਰ ਕੇ ਨਹੀਂ ਜਾਂਦਾ। ਬਿਨ ਗੁਰ ਪ੍ਰੀਤ ਨਾ ਉਪਜੈ, ਹਉਮੈ ਮੈਲ ਨਾ ਜਾਏ। ਸੋਹੰ ਆਪ ਪਛਾਣੀਐ, ਸ਼ਬਦ ਭੇਦ ਪਤਿਆਏ। ਗੁਰਮੁਖ ਆਪ ਪਛਾਣੀਐ, ਅਵਰ ਕੇ ਕਰੇ ਕਰਾਏ। ਬਿਨ ਗੁਰ, ਗੁਰੂ ਤੋਂ ਬਿਨਾ ਪ੍ਰੀਤ ਨਾ ਉਪਜੈ, ਪ੍ਰੇਮ ਪੈਦਾ ਨਹੀਂ ਹੁੰਦਾ। ਹਉਮੈ ਮੈਲ ਨਾ ਜਾਏ, ਹੰਕਾਰ ਦੀ ਮੈਲ ਜਾਂਦੀ ਨਹੀਂ। ਸੋਹੰ, ਉਹ ਮੈਂ ਹਾਂ, ਆਪ ਪਛਾਣੀਐ, ਆਪਣਾ ਆਪਾ ਪਛਾਣ ਕੇ। ਫਿਰ ਕੀ ਪਤਾ ਲੱਗਦਾ ਵੀ ਸਾਡੇ 'ਚ ਤੇ ਫਰਕ ਹੀ ਕੋਈ ਨਹੀਂ। ਜਿੱਦਣ ਬੰਦੇ ਨੂੰ ਆਪਣੇ ਆਪੇ ਦੀ ਪਛਾਣ ਹੁੰਦੀ ਹੈ, ਉਦਣ ਉਹਨੂੰ ਇਹ ਸਮਝ ਲੱਗ ਜਾਂਦਾ ਵੀ ਮੇਰੇ ਤੇ ਰੱਬ ਵਿੱਚ ਕੋਈ ਫਰਕ ਨਹੀਂ। ਸੋਹੰ ਬਣ ਜਾਂਦਾ ਉਦਣ। ਸੋਹੰ, ਉਹ ਮੈਂ ਹਾਂ, ਅਭੇਦਤਾ। ਸੋਹੰ ਆਪ ਪਛਾਣੀਐ, ਸ਼ਬਦ ਭੇਦ ਪਤਿਆਏ। ਪਰ ਪਤਾ ਉਦਣ ਲੱਗਦਾ ਜਦੋਂ ਸ਼ਬਦ ਦੇ ਰਾਹੀਂ ਭੇਦਿਆ ਜਾਂਦਾ, ਵਿੰਨਿਆ ਜਾਂਦਾ ਹੈ। ਜਦੋਂ ਸ਼ਬਦ ਰਾਹੀਂ ਵਿੰਨਿਆ ਗਿਆ, ਹਿਰਦਾ ਵਿੰਨਿਆ ਗਿਆ ਸ਼ਬਦ ਦੇ ਰਾਹੀਂ, ਫਿਰ ਆਪਣੇ ਆਪ ਦੀ ਪਛਾਣ ਹੁੰਦੀ ਤੇ ਹਉਮੈ ਮੁੱਕ ਜਾਂਦੀ ਹੈ। ਔਰ ਫਿਰ ਸਾਹਿਬ ਆਖਦੇ, ਗੁਰਮੁਖ ਆਪ ਪਛਾਣੀਐ। ਗੁਰੂ ਦੇ ਰਾਹੀਂ ਆਪਣੇ ਆਪੇ ਦੀ ਪਛਾਣ ਕੀਤੀ, ਅਵਰ ਕੇ ਕਰੇ ਕਰਾਏ। ਹੋਰ ਇਨਸਾਨ ਜਿਵੇਂ ਮਰਜ਼ੀ ਯਤਨ ਕਰਦਾ ਫਿਰੇ, ਪਰ ਆਪਣੇ ਆਪੇ ਦੀ ਪਹਿਚਾਣ ਕੇਵਲ ਗੁਰੂ ਰਾਹੀਂ ਹੀ ਹੁੰਦੀ ਹੈ। ਮਿਲਿਆ ਕਾ ਕਿਆ ਮਿਲੀਐ, ਸ਼ਬਦ ਮਿਲੇ ਪਤਿਆਏ। ਮਨ ਮੁਖ ਸੋਜੀ ਨਾ ਪਵੈ, ਵਿਛੜ ਚੋਟਾਂ ਖਾਏ। ਨਾਨਕ ਦਰ ਘਰ ਏਕ ਹੈ, ਅਵਰ ਨਾ ਦੂਜੀ ਜਾਏ। ਅਖੀਰੀ ਪਦੇ ਵਿੱਚ ਆ ਕੇ ਸਾਹਿਬ ਕਹਿੰਦੇ, ਮਿਲਿਆ ਕਾ ਕਿਆ ਮਿਲੀ ਹੈ, ਸ਼ਬਦ ਮਿਲੇ ਪਤਿਆਏ। ਜਿਹੜੇ ਸ਼ਬਦ ਦੇ ਰਾਹੀਂ ਪਤੀਜ ਗਏ ਨਾ, ਜਿਨ੍ਹਾਂ ਨੂੰ ਸ਼ਬਦ ਰਾਹੀਂ ਨਿਸ਼ਾ ਹੋ ਗਈ, ਜਿਹੜੇ ਮਿਲ ਕੇ ਰੱਬ ਨਾਲ, ਕਹਿੰਦੇ ਉਹਨਾਂ ਨੂੰ ਅਸਲ ਵਿੱਚ ਜ਼ਿੰਦਗੀ ਦੇ ਮਨੋਰਥ ਬਾਰੇ ਜਾਂ ਜੀਵਨ ਬਾਰੇ ਪਤਾ ਲੱਗਾ। ਪਰ ਮਨਮੁਖ ਸੋਝੀ ਨਾ ਪਵੈ, ਮਨ ਪਿੱਛੇ ਲੱਗ ਕੇ ਚੱਲਣ ਵਾਲੇ ਨੂੰ ਕੋਈ ਸੋਝੀ ਨਹੀਂ ਪਈ। ਵਿਛੜ ਚੋਟਾਂ ਖਾਏ, ਉਹ ਵਿਛੜ ਕੇ ਚੋਟਾਂ ਖਾਂਦੇ ਨੇ। ਨਾਨਕ ਦਰ ਘਰ ਏਕ ਹੈ। ਹੇ ਨਾਨਕ ਜੀਓ, ਇਹ ਬਾਤ ਆਖੋ ਵੀ ਦਰ ਔਰ ਘਰ ਇੱਕੋ ਹੀ ਹੈ, ਜਿੱਥੇ ਸੰਭਾਲ ਹੋਣੀ, ਜਿੱਥੇ ਸਾਂਭੇ ਜਾਣਾ। ਅਵਰ ਨਾ ਦੂਜੀ ਜਾਏ, ਉਹਦੇ ਤੋਂ ਬਿਨਾ ਕੋਈ ਦੂਜਾ ਥਾਂ ਨਹੀਂ ਹੈ। ਜੇ ਮੰਨ ਲਈਏ ਨਾ ਵੀ ਇੱਕ ਰੱਬ ਹੀ ਹੈ ਸਾਂਭਣ ਵਾਲਾ, ਉਹਦਾ ਹੀ ਦਰ ਹੈ ਤੇ ਉਹਦਾ ਹੀ ਘਰ ਹੈ, ਇਹਦੇ 'ਚ ਕੋਈ ਅੱਤ ਕਥਨੀ ਨਹੀਂ ਹੈ। ਇੱਕੋ ਦਰ ਹੈ ਜਿੱਥੇ ਆ ਕੇ ਹਰ ਬੰਦੇ ਦੀ ਸੰਭਾਲ ਹੁੰਦੀ। ਇੱਕੋ ਘਰ ਹੈ ਜਿਸ ਘਰ ਵਿੱਚ ਹਰ ਬੰਦੇ ਦਾ ਸੰਭਾਲਿਆ ਜਾਂਦਾ। ਇਹਦੇ ਤੋਂ ਬਿਨਾ ਕੋਈ ਦੂਜਾ ਦਰ ਨਹੀਂ। ਹਰ ਇਨਸਾਨ ਕੋਈ ਹੋਵੇ, ਸੰਸਾਰਕ ਤੌਰ ਤੇ ਕਦੇ ਨਹੀਂ ਕਹਿ ਸਕਦਾ ਕਿ ਮੈਂ ਹਰ ਘਰ ਵਿੱਚ ਮੈਂ ਜਾ ਸਕਦਾ। ਪਰ ਇਨਸਾਨ ਜੈਸਾ ਮਰਜ਼ੀ ਹੋਏ, ਇਹ ਜ਼ਰੂਰ ਕਹਿ ਸਕਦਾ ਕਿ ਧਰਮ ਅਸਥਾਨ ਤੇ ਮੈਂ ਜਾ ਸਕਦਾ। ਇੱਕੋ ਹੀ ਦਰ ਨਾ ਜਿੱਥੇ। ਇਸੇ ਕਰਕੇ ਤੇ ਬਾਬਾ ਕਬੀਰ ਜੀ ਕਹਿੰਦੇ, ਜਿਹ ਦਰ ਆਵਤ ਜਾਤਿਓ ਹਟਕੈ ਨਾਹੀ ਕੋਏ। ਸੋ ਦਰ ਕੈਸੇ ਛੋੜੀਐ ਜੋ ਦਰ ਐਸਾ ਹੋਏ। ਵੀ ਉਸ ਦਰ ਨੂੰ ਕਿਵੇਂ ਛੱਡ ਦਿੱਤਾ ਜਾਏ ਜਿਸ ਦਰ ਤੋਂ ਬਿਨਾਂ ਕਿਸੇ ਸੰਭਾਲਣਾ ਨਹੀਂ, ਜਿਸ ਦਰ ਤੋਂ ਬਿਨਾਂ ਕਿਸੇ ਬਾਤ ਨਹੀਂ ਪੁੱਛਣੀ, ਜਿਸ ਘਰ ਤੋਂ ਬਿਨਾਂ ਕਿਸੇ ਨੇ ਰਿਜ਼ਕ ਨਹੀਂ ਦੇਣਾ, ਜਿਸ ਘਰ ਤੋਂ ਬਿਨਾਂ ਕਿਸੇ ਪ੍ਰਤਪਾਲਣਾ ਨਹੀਂ ਕਰਨੀ, ਤੇ ਫਿਰ ਉਸ ਦਰ ਤੋਂ ਬਿਨਾਂ ਅਸੀਂ ਜਾਈਏ ਵੀ ਕਿੱਥੇ। ਸਾਹਿਬ ਜੀ ਕਹਿੰਦੇ, ਨਾਨਕ ਦਰ ਘਰ
ਏਕ ਹੈ ਅਵਰ ਨਾ ਦੂਜੀ ਜਾਏ। ਕੋਈ ਦੂਜੀ ਥਾਂ ਨਹੀਂ ਹੈ, ਸਿਰਫ ਇੱਕੋ ਦਰ ਤੇ ਇੱਕੋ ਹੀ ਘਰ ਹੈ। ਕਿਤੇ ਸਾਹਿਬ ਜੀ ਦੇ ਇਸ ਉਪਦੇਸ਼ ਨੂੰ ਅਸੀਂ ਆਪਣੇ ਮਨਾਂ ਅੰਦਰ ਵਸਾ ਲਈਏ ਤੇ ਸਾਡੇ ਮਨ ਦਾ ਪ੍ਰੇਮ ਪ੍ਰੀਤ ਉਸ ਅਕਾਲ ਪੁਰਖ ਨਾਲ ਲੱਗ ਜਾਏ ਤੇ ਅਸੀਂ ਵੀ ਇਹ ਬਾਤ ਆਖ ਸਕੀਏ, ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ, ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਤਰਸ ਪਿਆ ਮਿਹਰਾਮਤ ਹੋਈ, ਤਰਸ ਪਿਆ ਮਿਹਰਾਮਤ ਹੋਈ। ਸਤਿਗੁਰ ਸੱਜਣ ਮਿਲਿਆ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਤਨ ਮਨ ਥੀਵੈ ਹਰਿਆ, ਤਨ ਮਨ ਥੀਵੈ ਹਰਿਆ। ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ, ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਸਤਿਗੁਰੂ ਪਾਤਸ਼ਾਹ ਰਹਿਮਤ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰ ਲੈਣ। ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਕੇ ਪਾਵਨ ਬਚਨ ਹਿਰਦੇ ਵਿੱਚ ਵਸਾ ਲਈਏ। ਮਿਲਿਆ ਕਾ ਕਿਆ ਮੇਲੀਐ, ਸ਼ਬਦ ਮਿਲੇ ਪਤਿਆਏ। ਮਨ ਮੁਖ ਸੋਜੀ ਨਾ ਪਵੈ, ਵਿਛੜ ਚੋਟਾਂ ਖਾਏ। ਨਾਨਕ ਦਰ ਘਰ ਏਕ ਹੈ, ਅਵਰ ਨਾ ਦੂਜੀ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।